ਸੋ ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਟਿਊਟ 'ਤੇ ਅਤੇ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ 'ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ 'ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਇਸ ਚੈਨਲ ਦੇ ਉੱਤੇ PSTET, CTET, ਮਾਸਟਰ ਕੇਡਰ, NTT ਅਤੇ ਪਟਵਾਰੀ ਦੇ ਐਗਜ਼ਾਮ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ। ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਆਪਣੇ ਵਿਸ਼ੇ ਦੇ ਅਕੋਰਡਿੰਗ ਅਤੇ ਆਪਣੀ ਕੋਰਸ ਦੇ ਅਕੋਰਡਿੰਗ ਦੇਖ ਸਕਦੇ ਹੈਗੇ ਹੋ। ਸੋ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਗੱਲ ਕਰਾਂਗੇ 6ਵੀਂ ਕਲਾਸ ਦਾ ਜੋ ਚੈਪਟਰ ਹੈ ਪੰਜਾਬ ਬੋਰਡ ਦੀ ਬੁੱਕ ਦਾ, ਜਿਸ ਦੇ ਵਿੱਚ ਰੋਟੇਸ਼ਨ ਆਫ ਦ ਅਰਥ ਜਿਹੜਾ ਟੌਪਿਕ ਆਪਾਂ ਉਹ ਡਿਸਕਸ ਕਰਾਂਗੇ। ਸੋ ਪਹਿਲਾਂ ਆਪਾਂ ਚੈਪਟਰ ਡਿਸਕਸ ਕਰਾਂਗੇ, ਉਸ ਤੋਂ ਬਾਅਦ ਕੁਝ ਇੰਪੋਰਟੈਂਟ ਜਿਹੜੇ ਕੁਐਸਚਨ ਜੋ ਇਸ ਚੈਪਟਰ ਦੇ ਵਿੱਚੋਂ ਬਣਦੇ ਨੇ ਉਹ ਲਾਸਟ ਦੇ ਵਿੱਚ ਇਨਕਲੂਡ ਕਰਾਂਗੇ ਤਾਂ ਕਿ ਥਿਊਰੀ ਦੇ ਨਾਲ ਹੀ ਤੁਹਾਡੇ ਜਿਹੜੇ MCQ ਨੇ ਉਹ ਵੀ ਕਵਰ ਹੋ ਜਾਣ। ਠੀਕ ਹੈ, ਸੋ ਮੇਨ ਜਿਹੜੇ ਕੁਐਸਚਨ ਨੇ ਉਹ ਇਨਕਲੂਡ ਕੀਤੇ ਹੋਣਗੇ ਜੋ ਅਕਸਰ ਪ੍ਰੀਵੀਅਸ ਪੇਪਰਾਂ ਦੇ ਵਿੱਚ ਆਏ ਹੋਏ ਨੇ। ਸੋ ਉਹਨਾਂ ਨੂੰ ਇਨਕਲੂਡ ਕੀਤਾ ਗਿਆ ਹੈ। 6ਵੀਂ ਕਲਾਸ ਦੀ ਜੀਓਗ੍ਰਾਫੀ ਦੀ ਬੁੱਕ ਹੈ, ਸੋ ਉਸ ਦੇ ਵਿੱਚੋਂ ਲਿੱਤਾ ਗਿਆ ਹੈ ਜੋ ਕਿ ਤੁਹਾਨੂੰ ਸਪੈਸ਼ਲੀ ਮਾਸਟਰ ਕੇਡਰ, PSTET ਐਗਜ਼ਾਮ, NTT, ਪਟਵਾਰੀ, ਪੰਜਾਬ ਪੁਲਿਸ, PSPL ਦੇ ਲਈ ਜਿਹੜੀ ਤੁਹਾਨੂੰ ਇਹ ਹੈਲਪਫੁਲ ਰਹੂਗੀ। ਓਕੇ, ਸੋ ਸੁਝਾਅ ਜ਼ਰੂਰ ਦੇ ਦਿਆ ਕਰੋ ਕਿ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ। ਠੀਕ ਹੈ, ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸਾਰੀਆਂ PDF ਹੈ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ। ਸੋ ਗਰੁੱਪ ਪੇਡ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਤਾਂ ਫੀਸ ਪੇ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਅੱਜ ਦਾ। ਸੋ ਜਿਓਗ੍ਰਾਫੀ ਦਾ ਮੇਨ ਟੌਪਿਕ ਹੈ ਔਰ ਸਾਰਾ ਜਿਹੜਾ ਬੇਸ ਹੈ ਉਹ ਇਸੇ ਦੇ ਉੱਪਰ ਹੀ ਆਧਾਰਿਤ ਹੈਗਾ, ਧਰਤੀ ਨੂੰ ਲੈ ਕੇ। ਸੋ ਅਗਰ ਸ਼ੁਰੂਆਤ ਕਰੀਏ ਇਸ ਟੌਪਿਕ ਦੀ ਤਾਂ ਧਰਤੀ ਦੇ ਬਾਰੇ ਇੱਕ ਵਿਚਾਰਧਾਰਾ ਹੁੰਦੀ ਸੀਗੀ ਕਿ ਜਿਹੜੀ ਧਰਤੀ ਹੈ ਉਹ ਸੈਂਟਰ ਦੇ ਵਿੱਚ ਖੜੀ ਹੈ ਅਤੇ ਸੂਰਜ ਜਾਂ ਤਾਰੇ ਜਾਂ ਚੰਦ ਜਿਹੜੇ ਨੇ ਉਹ ਇਸ ਦੇ ਦੁਆਲੇ ਜਿਹੜਾ ਚੱਕਰ ਕੱਢਦੇ ਨੇ। ਇਹ ਪਹਿਲਾਂ ਦੀ ਇੱਕ ਰੀਤ ਹੁੰਦੀ ਸੀ, ਹੈ ਨਾ। ਸੋ ਮੰਨਿਆ ਜਾਂਦਾ ਸੀ ਔਰ ਵੱਖ-ਵੱਖ ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਇਸ ਦਾ ਜਿਹੜਾ ਜ਼ਿਕਰ ਮਿਲਦਾ ਸੀਗਾ। ਹੌਲੀ ਹੌਲੀ ਇਸ ਦੇ ਵਿੱਚ ਰਿਸਰਚ ਹੁੰਦੀ ਰਹੀ। ਅਲੱਗ-ਅਲੱਗ ਖਗੋਲ ਵਿਗਿਆਨੀਆਂ ਦੇ ਦੁਆਰਾ ਦੂਰਬੀਨਾਂ ਦੇ ਰਾਹੀਂ ਇਸ ਚੀਜ਼ ਦਾ ਅਧਿਐਨ ਕੀਤਾ ਗਿਆ ਔਰ ਜਿਨ੍ਹਾਂ ਦੇ ਵਿੱਚੋਂ ਪ੍ਰਮੁੱਖ ਯੋਗਦਾਨ ਜਿਹੜਾ ਉਹ ਗੈਲੀਲੀਓ ਅਤੇ ਕੋਪਰਨਿਕਸ ਦਾ ਸੀ। ਸੋ ਇਹਨਾਂ ਦੋ ਵਿਗਿਆਨੀਆਂ ਨੇ ਇਹ ਘੋਸ਼ਿਤ ਕੀਤਾ ਕਿ ਜਿਹੜੀ ਧਰਤੀ ਹੈ ਉਹ ਸੈਂਟਰ ਦੇ ਵਿੱਚ ਨਹੀਂ ਹੈਗੀ ਕਿ ਸਗੋਂ ਜਿਹੜਾ ਸੂਰਜ ਹੈ ਉਹ ਸੈਂਟਰ ਦੇ ਵਿੱਚ ਹੈ। ਸੋ ਸੂਰਜ ਦੇ ਦੁਆਲੇ ਧਰਤੀ ਚੱਕਰ ਕੱਢਦੀ ਹੈਗੀ, ਨਾ ਕਿ ਸੂਰਜ ਧਰਤੀ ਦੇ ਦੁਆਲੇ ਚੱਕਰ ਕੱਢਦਾ ਹੈ। ਕਿਉਂਕਿ ਜਦੋਂ ਧਰਤੀ ਦੇ ਉੱਪਰ ਦੇਖਦੇ ਹਾਂ ਤਾਂ ਐਕਚੁਅਲ ਦੇ ਵਿੱਚ ਸਥਿਤੀ ਕੁਛ ਇਸ ਤਰ੍ਹਾਂ ਦੀ ਹੀ ਲੱਗਦੀ ਹੈ ਕਿ ਸੂਰਜ ਹੀ ਚੱਕਰ ਕੱਢਦਾ ਹੈ, ਧਰਤੀ ਆਪਣੀ ਜਗ੍ਹਾ ਦੇ ਉੱਪਰ ਸਥਿਰ ਹੈ। ਬਟ ਇਸ ਤਰ੍ਹਾਂ ਨਹੀਂ ਹੈ, ਸੂਰਜ ਜਿਹੜਾ ਹੈ ਉਹ ਸਥਿਰ ਹੈਗਾ ਬਟ ਧਰਤੀ ਜਿਹੜੀ ਹੈ ਉਸ ਦੇ ਆਲੇ ਦੁਆਲੇ ਜਿਹੜਾ ਚੱਕਰ ਲਗਾਉਂਦੀ ਹੈਗੀ, ਇੱਕ ਸਾਈਕਲ ਦੀ ਤਰ੍ਹਾਂ ਮੂਵਮੈਂਟ ਕਰਦੀ ਹੈਗੀ। ਇਹ ਸਾਬਤ ਕੀਤਾ ਗੈਲੀਲੀਓ ਅਤੇ ਕੋਪਰਨਿਕਸ। ਇੰਪੋਰਟੈਂਟ ਹੈ, ਕਈ ਵਾਰ ਇਹ ਕੁਐਸਚਨ ਆ ਜਾਂਦਾ ਕਿ ਕਿਸ ਨੇ ਇਹ ਸਿਧਾਂਤ ਪੇਸ਼ ਕੀਤਾ। ਸੋ ਮਾਸਟਰ ਕੇਡਰ ਦੇ ਵਿੱਚ ਇਹ ਲਾਸਟ ਆਇਆ ਸੀਗਾ ਔਰ PSTET ਦੇ ਵਿੱਚ ਵੀ ਐਗਜ਼ਾਮ ਦੇ ਵਿੱਚ ਇਹ ਆਉਂਦਾ ਹੀ ਰਹਿੰਦਾ ਹੈ ਕੁਐਸਚਨ ਕਿ ਕਿਸ ਨੇ ਇਹ ਸਿਧਾਂਤ ਪੇਸ਼ ਕੀਤਾ ਕਿ ਧਰਤੀ ਜਿਹੜੀ ਹੈ ਉਹ ਸੈਂਟਰ ਦੇ ਵਿੱਚ ਨਹੀਂ ਹੈ, ਸੂਰਜ ਸੈਂਟਰ ਜਿਹੜਾ ਹੈ ਜਾਂ ਕੇਂਦਰ ਹੈ ਇਸ ਬ੍ਰਹਿਮੰਡ ਦਾ। ਠੀਕ ਹੈ, ਸਾਡੀ ਜਿਹੜੀ ਗਲੈਕਸੀ ਦਾ। ਤਾਂ ਉਸ ਆਧਾਰ ਦੇ ਉੱਪਰ ਜਿਹੜਾ ਹੈ ਉਹ ਗੈਲੀਲੀਓ ਅਤੇ ਕੋਪਰਨਿਕਸ ਨੇ ਜਿਹੜਾ ਇਸ ਨੂੰ ਪ੍ਰੈਜ਼ੈਂਟ ਕੀਤਾ ਸੀਗਾ। ਸੋ ਇਸ ਸਮੇਂ ਇਸ ਚੀਜ਼ ਦੀ ਕਲੀਅਰਫਿਕੇਸ਼ਨ ਹੋ ਚੁੱਕੀ ਹੈ ਕਿ ਜਿਹੜਾ ਸੂਰਜ ਹੈ ਉਹ ਸੈਂਟਰ ਦੇ ਵਿੱਚ ਹੈ ਅਤੇ ਧਰਤੀ ਜਿਹੜੀ ਹੈ ਉਸ ਦੀ ਧੁਰੀ ਦੇ ਦੁਆਲੇ ਘੁੰਮਦੀ ਹੈਗੀ ਆ। ਔਰ ਇਸ ਤੋਂ ਇਲਾਵਾ ਬ੍ਰਹਿਮੰਡ ਦੇ ਬਾਰੇ ਇੱਕ ਸਭ ਤੋਂ ਵੱਡਾ ਜਿਹੜਾ ਸੱਚ ਇਹ ਹੈ ਕਿ ਬ੍ਰਹਿਮੰਡ ਦੇ ਵਿੱਚ ਕੋਈ ਵੀ ਅਜਿਹੀ ਚੀਜ਼ ਨਹੀਂ ਹੈ ਜੋ ਸਥਿਰ ਖੜੀ ਹੋਵੇ, ਚਾਹੇ ਉਹ ਸੂਰਜ ਹੀ ਕਿਉਂ ਨਾ ਹੋਵੇ ਅਤੇ ਚਾਹੇ ਉਹ ਤਾਰੇ ਹੋਣ ਅਤੇ ਚਾਹੇ ਉਹ ਗਲੈਕਸੀਜ਼ ਹੋਣ, ਸਾਰੀਆਂ ਦੇ ਵਿੱਚ ਮੂਵਮੈਂਟ ਹੁੰਦੀ ਹੈ। ਸੋ ਕਿਸੇ ਦੀ ਕਿਸ ਤਰੀਕੇ ਦੇ ਨਾਲ, ਕਿਸੇ ਦੀ ਕਿਸ ਤਰੀਕੇ ਨਾਲ। ਸੂਰਜ ਦੇ ਵਿੱਚ ਵੀ ਮੂਵਮੈਂਟ ਹੁੰਦੀ ਹੈ ਬਟ ਉਹ ਆਪਣੀ ਹੀ ਧੁਰੀ ਦੇ ਦੁਆਲੇ ਜਿਹੜੀ ਮੂਵਮੈਂਟ ਹੁੰਦੀ ਹੈਗੀ ਉਸ ਦੀ। ਓਕੇ, ਸੋ ਇਸ ਤਰੀਕੇ ਦੇ ਨਾਲ ਇਹ ਆਪਣੇ ਹੀ ਧੁਰੀ ਦੇ ਦੁਆਲੇ ਜਿਹੜਾ ਘੁੰਮਦੀ ਹੈ। ਗੱਲ ਕਰੀਏ ਧਰਤੀ ਦੀ ਤਾਂ ਧਰਤੀ ਦੀਆਂ ਦੋ ਤਰ੍ਹਾਂ ਦੀਆਂ ਗਤੀਆਂ ਨੇ ਜਿਹਦੇ ਥਰੂ ਸਾਡੇ ਪੂਰੇ ਅਰਥ ਦੇ ਉੱਪਰ ਜਿੰਨੀ ਐਕਟੀਵਿਟੀ, ਚਾਹੇ ਉਹ ਰੁੱਤ ਤਬਦੀਲੀਆਂ ਹੋਣ, ਚਾਹੇ ਉਹ ਦਿਨ ਰਾਤ ਦਾ ਪ੍ਰੋਸੈਸ ਹੋਵੇ, ਚਾਹੇ ਉਹ ਗਰਮੀ ਅਤੇ ਸਰਦੀ ਦਾ ਮੌਸਮ ਕਲੀਅਰ ਕਰਨ ਦੀ ਗੱਲ ਹੋਵੇ। ਠੀਕ ਹੈ, ਇਹ ਸਾਰਾ ਕੁਝ ਜਿਹੜਾ ਇਹਨਾਂ ਦੋ ਗਤੀਆਂ ਦੇ ਉੱਪਰ ਡਿਪੈਂਡ ਹੈ, ਜਿਹਦੇ ਆਧਾਰ ਦੇ ਉੱਪਰ ਦਿਨ ਰਾਤ, ਗਰਮੀ ਰੁੱਤ, ਸਰਦੀ ਰੁੱਤ ਜਿਹੜੀ ਆ ਉਹ ਸੰਭਵ ਹੋ ਪਾਉਂਦੀ ਹੈਗੀ ਆ। ਕਿਹੜੀਆਂ ਦੋ ਦੈਨਿਕ ਗਤੀਆਂ ਨੇ? ਸੋ ਪਹਿਲੀ ਹੈ ਦੈਨਿਕ ਗਤੀ, ਦੂਸਰੀ ਹੈਗੀ ਵਾਰਸ਼ਿਕ ਗਤੀ। ਠੀਕ ਹੈ, ਦੋ ਗਤੀਆਂ ਨੇ, ਯਾਦ ਰੱਖਣਾ। ਸੋ ਇੱਕ ਟਿਲਟਿੰਗ ਵਾਲੀ ਵੀ ਹੈ, ਸੋ ਬਟ ਉਸ ਨੂੰ ਕਦੇ ਪ੍ਰਮਾਣਤਾ ਨਹੀਂ ਦਿੱਤੀ ਗਈ, ਯਾਨੀ ਕਿ ਆਪਸ ਦੇ ਵਿੱਚ ਵੀ ਥੋੜ੍ਹੀ ਬਹੁਤੀ ਜਿਹੜੀ ਇਹ ਟਿਲਟਿੰਗ ਹੁੰਦੀ ਹੈ। ਸੋ ਪਹਿਲਾਂ ਗੱਲ ਕਰਦੇ ਹਾਂ ਦੈਨਿਕ ਗਤੀ। ਦੈਨਿਕ ਮਤਲਬ ਦਿਨ, ਕਿ ਦਿਨ ਦੇ ਵਿੱਚ ਜਿਹੜਾ ਕਹਿ ਸਕਦੇ ਹਾਂ ਜੋ ਕਿ ਸਾਡਾ ਦਿਨ 24 ਘੰਟਿਆਂ ਦਾ ਹੈ ਸਾਡਾ ਪੂਰਾ, ਮਤਲਬ ਕਿ ਪੂਰਾ ਟਾਈਮ ਜਿਹੜਾ ਸਾਡਾ ਫਿਕਸ ਆ, ਜਦੋਂ ਉਸ ਦੇ ਦੁਆਲੇ ਜਿਹੜਾ ਚੱਕਰ ਕੱਢਿਆ ਜਾਂਦਾ ਯਾਨੀ ਕਿ ਆਪਣੀ ਹੀ ਧੁਰੀ ਦੇ ਦੁਆਲੇ, ਉਸ ਪ੍ਰਕਿਰਿਆ ਨੂੰ ਜਿਹੜਾ ਕਿਹਾ ਜਾਂਦਾ ਹੈ ਦੈਨਿਕ ਗਤੀ। ਓਕੇ, ਤਾਂ ਜਦੋਂ ਧਰਤੀ ਜਿਹੜੀ ਹੈ ਆਪਣੀ ਹੀ ਧੁਰੇ, ਆਪਣਾ ਧੁਰਾ ਮਤਲਬ ਕਿ ਧਰਤੀ ਜਿਹੜੀ ਹੈ ਉਹ 66.5 ਡਿਗਰੀ ਦੇ ਉੱਪਰ ਝੁਕੀ ਹੋਈ ਹੈ। ਸੋ ਸੈਂਟਰ ਦੇ ਵਿੱਚ ਨਹੀਂ ਹੈ ਬਿਲਕੁਲ। ਠੀਕ ਹੈ, 66.5 ਡਿਗਰੀ ਦੇ ਉੱਪਰ ਝੁਕੀ ਹੈ, ਜਿਸ ਦੇ ਵਿਚਕਾਰੋਂ ਇੱਕ ਕਾਲਪਨਿਕ ਰੇਖਾ ਜਿਹੜੀ ਹੈ
एक्सिस गुजरती है, ਜਿਹੜੇ ਕਿ ਉਸ ਦੇ ਉੱਤਰ ਵਾਲੇ ਪਾਰਟ ਨੂੰ ਨਾਰਥ ਪੋਲ ਔਰ ਜਿਹੜਾ ਦੱਖਣ ਵਾਲਾ ਭਾਗ ਹੈ ਉਸ ਨੂੰ ਸਾਊਥ ਪੋਲ ਜਿਹੜਾ ਕਿਹਾ ਜਾਂਦਾ ਹੈ, ਜਾਂ ਉੱਤਰੀ ਧਰੁਵ ਜਾਂ ਦੱਖਣੀ ਧਰੁਵ ਜਾਣਾ ਹੈ ਨਾ ਪੰਜਾਬੀ 'ਚ ਆਪਾਂ ਗੱਲ ਕਰੀਏ ਤਾਂ ਕਿਹਾ ਜਾਂਦਾ ਹੈ। ਸੋ ਇਹਨਾਂ ਦੇ ਨਾਲ ਜਿਹੜਾ ਹੈ ਨਾ ਬਣਦੀ ਹੈਗੀ ਹੈਗੀ, ਤਾਂ ਇਹ ਇਸ ਤਰੀਕੇ ਦੇ ਨਾਲ ਝੁਕੀ ਹੋਈ ਹੈਗੀ ਹੈਗੀ। ਸੋ ਜਦੋਂ ਇਹ ਆਪਣੀ ਧੁਰੀ ਦੇ ਦੁਆਲੇ ਇਸ ਐਕਸਿਸ ਦੇ ਨਾਰਥ ਪੋਲ ਅਤੇ ਸਾਊਥ ਪੋਲ ਦੇ ਵਿਚਕਾਰੋਂ ਹੈ ਨਾ, ਯਾਨੀ ਕਿ ਦੋਨਾਂ ਨੂੰ ਮਿਲਾਉਣ ਵਾਲੀ ਜਿਹੜੀ ਰੇਖਾ ਹੈ ਉਹਦੇ ਅਨੁਸਾਰ ਪੱਛਮ ਤੋਂ ਪੂਰਬ ਦੇ ਵੱਲ ਘੁੰਮਦੀ ਹੈ ਅਤੇ ਇਹ 24 ਘੰਟਿਆਂ ਦੇ ਵਿੱਚ ਆਪਣਾ ਚੱਕਰ ਪੂਰਾ ਕਰਦੀ ਹੈ। ਯਾਦ ਰੱਖਣਾ ਕਿ ਵੈਸਟ ਜਿਹੜਾ ਹੈ ਯਾਨੀ ਕਿ ਪੱਛਮ ਜਿਹੜਾ ਹੈ ਇਸ ਸਾਈਡ ਆ ਜਾਂਦਾ ਹੈ, ਅਗਰ ਅਸੀਂ ਨਾ ਵੈਸੇ ਵੀ ਗੱਲ ਕਰੀਏ, ਔਰ ਇਸ ਜਿਹੜਾ ਇਸ ਸਾਈਡ ਆ ਜਾਂਦਾ ਜਿਹਨੂੰ ਪੂਰਬ ਕਿਹਾ ਜਾਂਦਾ ਹੈ। ਤਾਂ ਧਰਤੀ ਦੀ ਜਿਹੜੀ ਮੂਵਮੈਂਟ ਹੁੰਦੀ ਹੈਗੀ ਉਹ ਕਿਸ ਦਿਸ਼ਾ ਦੇ ਵੱਲ ਹੈ। ਸੋ ਇੱਥੇ ਨਾ ਐਰੋ ਵੀ ਦਿੱਤਾ ਹੋਇਆ, ਤੁਸੀਂ ਇਸ ਤਰੀਕੇ ਨਾਲ ਵੀ ਦੇਖ ਸਕਦੇ ਹੈਗੇ ਨਾ। ਸੋ ਇਸ ਤਰੀਕੇ ਦਾ ਮੂਵਮੈਂਟ ਹੁੰਦੀ ਹੈ, ਯਾਨੀ ਕਿ ਪੱਛਮ ਤੋਂ ਪਾਕਿਸਤਾਨ ਤੋਂ ਅਸੀਂ ਗੱਲ ਕਰੀਏ ਨਾ ਕਿ ਪਾਕਿਸਤਾਨ ਸਾਡਾ ਪੱਛਮ ਦੇ ਵਿੱਚ ਹੈ, ਪਾਕਿਸਤਾਨ ਤੋਂ ਗੱਲ ਕਰੀਏ ਅਸੀਂ ਕਿ ਹਿੰਦੁਸਤਾਨ ਵੱਲ ਮੂਵਮੈਂਟ, ਜਿਵੇਂ ਆਪਾਂ ਸਿੰਪਲ ਜਿਵੇਂ ਇੱਥੇ ਨਾਲ ਗੱਲ ਕਰੀਏ ਕਿ ਉਸ ਤਰੀਕੇ ਨਾਲ ਇਸ ਦੇ ਵਿੱਚ ਮੂਵਮੈਂਟ ਹੁੰਦੀ ਹੈ ਅਤੇ ਇਹ 24 ਘੰਟਿਆਂ ਦੇ ਵਿੱਚ ਪ੍ਰਕਿਰਿਆ ਪੂਰੀ ਹੁੰਦੀ ਹੈਗੀ ਹੈ। 6ਵੀਂ ਕਲਾਸ ਦੇ ਅਕੋਰਡਿੰਗ ਜਿਹੜਾ ਇਹ 24 ਘੰਟੇ ਲਿਖਿਆ ਹੋਇਆ, ਬਟ ਐਕਚੁਅਲ ਦੇ ਵਿੱਚ ਇਹ 23 ਘੰਟੇ ਕੁਛ ਮਿੰਟ ਦੇ ਅਕੋਰਡਿੰਗ ਜਿਹੜਾ ਹੈ ਨਾ ਗੁਜ਼ਰਦੀ ਹੈਗੀ ਇਹ ਪ੍ਰਕਿਰਿਆ, ਠੀਕ ਹੈ। ਜਾਣੀ ਕਿ ਜਿਵੇਂ ਹਾਈ ਐਜੂਕੇਟਡ ਵਾਲੇ ਵੱਡੀਆਂ ਬੁੱਕਸ ਦੇ ਵਿੱਚ ਆਪਾਂ ਚਲੇ ਜਾਵਾਂਗੇ ਜੋ ਤੁਹਾਨੂੰ ਮਾਸਟਰ ਗ੍ਰੇਡ ਵਾਲੇ ਸਿਲੇਬਸ ਦੇ ਵਿੱਚ ਕਵਰ ਕਰਾਇਆ ਗਿਆ ਹੈ। ਸੋ ਇੱਕ ਦਿਨ ਦੇ ਵਿੱਚ ਜਦੋਂ ਇਹ ਇੱਕ ਪੂਰਾ ਚੱਕਰ ਕੱਢ ਲੈਂਦੀ ਹੈ ਜੋ 24 ਘੰਟਿਆਂ ਦੇ ਵਿੱਚ ਪੂਰਾ ਕਰਦੀ ਹੈ, ਇਸੇ ਪ੍ਰਕਿਰਿਆ ਨੂੰ ਦੈਨਿਕ ਗਤੀ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ ਗਾ। ਸੋ ਇਹ ਦੈਨਿਕ ਗਤੀ ਜਿਹੜੀ ਹੈਗੀ ਦੋ ਸਿਰੇ ਜੋ ਕਿ ਉੱਤਰੀ ਧਰੁਵ ਅਤੇ ਦੱਖਣੀ ਧਰੁਵ ਜੋ ਮੈਂ ਪਹਿਲਾਂ ਦੱਸ ਚੁੱਕਿਆ ਹੈ ਨਾ, ਸੋ ਉਹਦੇ ਆਧਾਰ ਦੇ ਉੱਪਰ ਕਲੀਅਰ ਹੁੰਦੇ ਨੇ ਕਿਉਂਕਿ 66.5 ਡਿਗਰੀ ਦੇ ਉੱਪਰ ਝੁਕੇ ਹੋਏ ਨੇ। ਇਹਦੇ ਆਧਾਰ ਦੇ ਉੱਪਰ ਹੀ ਇਹ ਮੂਵਮੈਂਟ ਹੁੰਦੀ ਹੈ ਕਿਉਂਕਿ ਇਹਨਾਂ ਦੋਨੇ ਧਰੁਵਾਂ ਦੇ ਸੈਂਟਰ ਦੇ ਵਿੱਚ ਜਿਹੜੀ ਰੇਖਾ ਹੁੰਦੀ ਹੈ ਉਸ ਦੇ ਆਧਾਰ ਦੇ ਉੱਪਰ ਇਸ ਦੇ ਵਿੱਚ ਮੂਵਮੈਂਟ ਹੁੰਦੀ ਕਿਉਂਕਿ ਇਸ ਨੂੰ ਸੈਂਟਰ ਮੰਨਿਆ ਗਿਆ ਹੈ, ਨਾ ਕਿ ਇਸ ਤਰੀਕੇ ਨਾਲ ਧਰਤੀ ਦਾ ਸੈਂਟਰ ਨਹੀਂ ਹੈ। ਧਰਤੀ ਦਾ ਜਿਹੜਾ 66.5 ਡਿਗਰੀ ਦੇ ਉੱਪਰ ਕੇਂਦਰ ਮੰਨਿਆ ਜਾਂਦਾ ਹੈ, ਉਹਦੇ ਦੁਆਲੇ ਇਹ ਘੁੰਮਦੀ ਹੈਗੀ। ਸੋ ਇਹ ਧਰਤੀ ਦੇ ਪੱਛਮ ਤੋਂ ਪੂਰਬ ਵੱਲ ਘੁੰਮਣ ਦੇ ਸਦਕਾ ਹੀ ਮੋਸਟ ਇੰਪੋਰਟੈਂਟ ਲਾਈਨ ਹੈ ਕਿ ਜਿਹੜਾ ਸੂਰਜ ਹੈ ਉਹ ਕਿਸ ਦਿਸ਼ਾ ਦੇ ਵੱਲੋਂ ਨਿਕਲਦਾ ਹੈ ਨਾ। ਅਕਸਰ ਕੁਐਸਚਨ ਆ ਜਾਂਦਾ ਤਾਂ ਸਾਨੂੰ ਕਈ ਵਾਰ ਕਨਫਿਊਜ਼ਨ ਹੋ ਜਾਂਦੀ ਹੈ। ਧਰਤੀ ਜਿਹੜੀ ਹੈ ਸਾਡੀ ਉਹ ਪੱਛਮ ਤੋਂ ਪੂਰਬ ਘੁੰਮਦੀ ਹੈਗੀ ਆ, ਤਾਂ ਜਦੋਂ ਪੱਛਮ ਤੋਂ ਪੂਰਬ ਵੱਲ ਘੁੰਮੇਗੀ ਤਾਂ ਇਹਦਾ ਮਤਲਬ ਪਹਿਲਾਂ ਕਿਹੜੀ ਚੀਜ਼ ਆਵੇਗੀ ਤਾਂ ਪੂਰਬ ਆਵੇਗਾ, ਯਾਨੀ ਕਿ ਸੂਰਜ ਜਿਹੜਾ ਹੈ ਉਹ ਸਾਨੂੰ ਪੂਰਬ ਦੇ ਵਿੱਚੋਂ ਨਿਕਲਦਾ ਨਜ਼ਰ ਆਵੇਗਾ। ਉਹਦੀ ਦਿਸ਼ਾ ਜਿਹੜੀ ਹੈ ਪੱਛਮ ਤੋਂ ਪੂਰਬ ਹੈਗੀ ਆ, ਬਟ ਜਦੋਂ ਅਸੀਂ ਤਾਰੇ ਜਾਂ ਸੂਰਜ ਜਿਹੜੀ ਨਿਕਲਣ ਦੀ ਗੱਲ ਕਰਾਂਗੇ ਹੈ ਨਾ, ਸਾਨੂੰ ਪਹਿਲਾਂ ਦਿਖਾਈ ਦੇਣ ਦੀ ਗੱਲ ਕਰਾਂਗੇ ਤਾਂ ਉਹ ਜਿਹੜਾ ਕਹਿ ਸਕਦੇ ਹਾਂ ਨਾ ਸ਼ੁਰੂਆਤ ਹੋਵੇਗੀ ਸਾਡੀ ਪੂਰਬ ਦੇ ਵਿੱਚੋਂ ਸੂਰਜ ਜਿਹੜਾ ਨਿਕਲਦਾ ਹੈਗਾ ਗਾ, ਠੀਕ ਹੈ। ਇਹ ਇੰਪੋਰਟੈਂਟ ਹੈ। ਪੱਛਮ ਤੋਂ ਪੂਰਬ ਜਿਹੜੀ ਧਰਤੀ ਘੁੰਮਦੀ ਹੈ, ਸੂਰਜ ਜਿਹੜਾ ਹੈ ਪੂਰਬ ਦਿਸ਼ਾ ਦੇ ਵਿੱਚੋਂ ਨਿਕਲਦਾ ਹੈ ਅਤੇ ਛਿਪਦਾ ਜਿਹੜਾ ਹੈ ਉਹ ਪੱਛਮ ਦੇ ਵਿੱਚ ਹੈ, ਠੀਕ ਹੈ। ਇੰਪੋਰਟੈਂਟ ਲਾਈਨ ਹੈ, ਪਲੀਜ਼ ਇਸ ਨੂੰ ਤੁਸੀਂ ਜਿਹੜਾ ਹੈ ਨਾ ਕੇਅਰਫੁਲੀ ਜਿਹੜਾ ਨੋਟ ਕਰ ਲੈਣਾ ਹੈ। ਔਰ ਚੜ੍ਹਦਾ ਸੂਰਜ ਜਿਹੜਾ ਹੈ ਨਾ ਉਹ ਜਾਪਾਨ ਦੀ ਧਰਤੀ ਨੂੰ ਕਿਹਾ ਜਾਂਦਾ ਕਿਉਂਕਿ ਉੱਥੋਂ ਮੰਨਿਆ ਜਾਂਦਾ ਹੈ ਕਿ ਸੂਰਜ ਜਿਹੜਾ ਹੈ ਨਾ ਉੱਥੋਂ ਚੜ੍ਹਦਾ ਹੈ। ਸੋ ਇਹ ਕਈ ਵਾਰ ਇਹ ਕੁਐਸਚਨ ਵੀ ਆਉਂਦਾ ਕਿ ਕਿਸ ਨੂੰ ਚੜ੍ਹਦੇ ਸੂਰਜ ਦਾ ਦੇਸ਼ ਕਿਹਾ ਜਾਂਦਾ, ਤਾਂ ਜਾਪਾਨ ਜਿਹੜਾ ਹੈ ਉਹ ਚੜ੍ਹਦੇ ਸੂਰਜ ਦਾ ਦੇਸ਼ ਮੰਨਿਆ ਜਾਂਦਾ ਹੈ। ਨੈਕਸਟ ਹੈ, ਸੋ ਇਸ ਦੈਨਿਕ ਗਤੀ ਦੇ ਕਾਰਨ ਇਫੈਕਟ ਵੀ ਪੈਂਦੇ ਨੇ, ਹਾਲਾਂਕਿ ਮੈਂ ਦੱਸ ਚੁੱਕਿਆ ਨਾ ਕਾਫੀ, ਫਿਰ ਵੀ ਇੱਕ ਲਾਈਨ ਜੋ ਹੈ ਨਾ ਲਿਖੀ ਹੈ। ਇੱਕ ਤਾਂ ਇਹ ਹੈ ਕਿ ਇਸ ਦੇ ਨਾਲ ਦਿਨ ਰਾਤ ਜਿਹੜੇ ਉਹ ਫਿਕਸ ਹੁੰਦੇ ਹੈਗੇ ਨੇਗੇ, ਮੀਨਸ ਕਿ ਧਰਤੀ ਹੈ ਨਾ ਸੋ ਇਸ ਤਰੀਕੇ ਦੇ ਨਾਲ ਹੈ ਔਰ ਇੱਕ ਸਾਈਡ ਸਨ ਹੈ, ਸੋ ਉਸ ਦੀਆਂ ਰੌਸ਼ਨੀ ਜਿਹੜੀ ਹੈ ਨਾ ਪੈਂਦੀ ਹੈਗੀ। ਸੋ ਇਹ ਰੌਸ਼ਨੀ ਜਿਹੜੀ ਉਸ ਦੇ ਉੱਪਰ ਜਦੋਂ ਵਾਰ-ਵਾਰ ਹੈ ਨਾ ਇਸ ਤਰੀਕੇ ਨਾਲ ਪੈ ਰਹੀ ਹੈ, ਜਿਸ ਪ੍ਰਕਿਰਿਆ ਦੇ ਵਿੱਚ ਸੋ ਜਿਹੜੇ ਪਾਸੇ ਯਾਨੀ ਕਿ ਇਹਨੂੰ ਹਾਫ ਦੇ ਵਿੱਚ ਆਪਾਂ ਡਿਵਾਈਡ ਕਰੀਏ, ਜਿਸ ਸਾਈਡ ਦੇ ਵੱਲ ਸੂਰਜ ਦੀਆਂ ਕਿਰਨਾਂ ਜਿਹੜੀਆਂ ਪੈ ਰਹੀਆਂ ਹੋਣਗੀਆਂ ਉਸ ਦੇ ਵਿੱਚ ਤਾਂ ਦਿਨ ਦੀ ਜਿਹੜਾ ਪ੍ਰਕਿਰਿਆ ਹੋਵੇਗੀ, ਜਿਹੜਾ ਕਿ ਉਸ ਦਾ ਦੂਸਰਾ ਓਪੋਜ਼ਿਟ ਪਾਰਟ ਹੋਵੇਗਾ ਜਿੱਥੇ ਹਨੇਰਾ ਹੋਵੇਗਾ, ਸੂਰਜ ਦਾ ਪ੍ਰਕਾਸ਼ ਨਹੀਂ ਪਹੁੰਚਦਾ ਹੋਵੇਗਾ, ਉੱਥੇ ਜਿਹੜਾ ਰਾਤ ਦੀ ਪ੍ਰਕਿਰਿਆ ਹੋਵੇਗੀ, ਠੀਕ ਹੈ। ਇਹ ਦੋ ਪ੍ਰਕਿਰਿਆਵਾਂ ਗੁਜ਼ਰਦੀਆਂ ਨੇ ਜੋ ਕਿ ਧਰਤੀ ਦੇ ਉੱਪਰ ਦੈਨਿਕ ਗਤੀ ਦੇ ਨਾਲ ਸੰਭਵ ਹੋ ਪਾਉਂਦੀਆਂ ਹੈਗੀਆਂ ਨੇ, ਠੀਕ ਹੈ। ਔਰ ਦੈਨਿਕ ਗਤੀ ਦੇ ਕਾਰਨ ਹੀ ਪੱਛਮ ਤੋਂ ਪੂਰਬ ਦੇ ਵੱਲ ਜਿਹੜੀ ਧਰਤੀ ਉਹ ਘੁੰਮਦੀ ਹੈਗੀ ਔਰ ਇਸੇ ਦੇ ਕਾਰਨ ਜਿਹੜਾ ਸੂਰਜ ਚੰਨ ਤਾਰੇ ਜਿਹੜੇ ਉਹ ਪੂਰਬ ਤੋਂ ਪੱਛਮ ਵੱਲ ਘੁੰਮਦੇ ਸਾਨੂੰ ਨਜ਼ਰ ਆਉਂਦੇ ਆ। ਇਹ ਪਹਿਲਾਂ ਮੈਂਸ਼ਨ ਕਰ ਚੁੱਕਿਆ ਹਾਂ। ਔਰ ਸਵੇਰ ਸਮੇਂ ਜਿਹੜਾ ਹੈ ਇਸੇ ਦੈਨਿਕ ਗਤੀ ਦੇ ਕਾਰਨ ਅਤੇ ਸਵੇਰ ਅਤੇ ਸ਼ਾਮ ਦੇ ਸਮੇਂ ਜਿਹੜੀਆਂ ਸੂਰਜ ਦੀਆਂ ਕਿਰਨਾਂ ਨੇ ਉਹ ਤਿਰਛੀਆਂ ਪੈਂਦੀਆਂ ਨੇਗੀਆਂ ਧਰਤੀ ਦੇ ਉੱਪਰ ਕਿਉਂਕਿ ਫੈਲ ਜਾਂਦੀਆਂ ਨੇ, ਜਿਸ ਕਾਰਨ ਕਰਕੇ ਸਵੇਰ ਅਤੇ ਸ਼ਾਮ ਦਾ ਮੌਸਮ ਜਿਹੜਾ ਉਹ ਦੁਪਹਿਰ ਦੇ ਮੌਸਮ ਦੇ ਨਾਲੋਂ ਠੰਡਾ ਹੁੰਦਾ ਹੈਗਾ ਗਾ। ਦੁਪਹਿਰ ਦਾ ਮੌਸਮ ਜਿਹੜਾ ਉਹ ਗਰਮ ਹੋ ਜਾਂਦਾ ਹੈ ਕਿਉਂਕਿ ਉੱਥੇ ਜਿਹੜੀਆਂ ਕਿਰਨਾਂ ਉਹ ਸਿੱਧੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ, ਬਟ ਪਹਿਲਾਂ ਜਿਹੜੀਆਂ ਕਹਿ ਹਾਂ ਸਵੇਰ ਅਤੇ ਸ਼ਾਮ ਦੇ ਸਮੇਂ ਸੂਰਜ ਦੀਆਂ ਕਿਰਨਾਂ ਤਿਰਛੀਆਂ ਪੈ ਰਹੀਆਂ ਹੁੰਦੀਆਂ ਨੇਗੀਆਂ। ਸੋ ਇਸ ਦੈਨਿਕ ਗਤੀ ਦੇ ਕਾਰਨ ਹੀ ਜਿਵੇਂ ਅਸੀਂ ਭੂ ਮੱਧ ਰੇਖਾ ਤੋਂ ਦੂਰ ਜਾਵਾਂਗੇ ਉੱਤਰ ਜਾਂ ਦੱਖਣ ਵੱਲ ਨੂੰ ਦੋਨੋਂ ਸਾਈਡ ਦੇ ਵਿੱਚ ਹੈ ਨਾ, ਕਿਉਂਕਿ ਧਰਤੀ ਜਿਹੜੀ ਆ ਉਹ ਦੋ ਪਾਰਟਸ ਦੇ ਵਿੱਚ ਡਿਵਾਈਡ ਹੋਈ ਹੈ, ਇੱਕ ਨਾਰਥ ਪੋਲ ਇੱਕ ਸਾਊਥ ਪੋਲ, ਠੀਕ ਹੈ। ਉੱਪਰਲਾ ਪਾਰਟ ਜਿਹੜਾ ਉਹ ਨਾਰਥ ਯਾਨੀ ਕਿ ਉੱਤਰੀ ਪਾਰਟ ਆ ਜਾਂਦਾ ਹੈਗਾ ਗਾ, ਉੱਤਰੀ ਗੋਲਾਰਧ ਤੇ ਦੱਖਣੀ ਵਾਲਾ ਜਿਹੜਾ ਨੀਚੇ ਵਾਲਾ ਜਾਂਦਾ ਹੈਗਾ ਗਾ, ਠੀਕ ਹੈ। ਸੋ ਇਸ ਤਰੀਕੇ ਦੇ ਨਾਲ ਜਿਵੇਂ ਅਸੀਂ ਉੱਪਰ ਵੱਲ ਨੂੰ ਜਾਵਾਂਗੇ, ਇਕੁਏਟਰ ਜਿਹੜੀ 0 ਡਿਗਰੀ ਦੇ ਉੱਪਰ ਸਥਿਤ ਹੈ, ਜਿਵੇਂ ਉੱਪਰ ਨੂੰ ਜਾਵਾਂਗੇ ਉਵੇਂ ਜਿਹੜੇ ਦਿਨ ਦੀ ਕਹਿ ਸਕਦੇ ਨਾ ਮਾਤਰਾ ਵੱਧਦੀ ਜਾਂਦੀ ਹੈ, ਯਾਨੀ ਕਿ ਦਿਨ ਜਿਹੜਾ ਉਹ ਵੱਡਾ ਹੁੰਦਾ ਜਾਂਦਾ ਹੈਗਾ ਗਾ, ਠੀਕ ਹੈ। ਜਿਵੇਂ ਦਿਨ ਅਤੇ ਰਾਤ, ਇਹ ਜ਼ਰੂਰੀ ਹੈ ਕਿ ਕਿਸ ਸਾਈਡ ਦਿਨ ਹੈ, ਮੀਨਸ ਕਿ
6 ਮਹੀਨੇ ਜਿਹੜੇ ਦਿਨ ਉੱਤਰ ਵੱਲ ਹੁੰਦਾ ਹੈ ਅਤੇ 6 ਮਹੀਨੇ ਜਿਹੜੇ ਦਿਨ ਉਹ ਦੱਖਣ ਵੱਲ ਹੁੰਦਾ ਹੈਗਾ, ਠੀਕ ਹੈ, ਜਾਣੀ ਕਿ ਦੱਖਣੀ ਧਰੁਵ ਦੇ ਉੱਪਰ। ਸੋ ਧਰਤੀ ਦੀ ਦੈਨਿਕ ਗਤੀ ਦੇ ਕਾਰਨ ਹੀ ਜਿੰਨੀਆਂ ਵੀ ਹਵਾਵਾਂ ਚੱਲਦੀਆਂ ਨੇ ਆਪਣੇ ਆਸ-ਪਾਸ ਅਸੀਂ ਨੋਟ ਕਰਦੇ ਹਾਂ, ਹੈ ਨਾ। ਸੋ ਕਦੇ ਕਦੇ ਬਹੁਤ ਤੇਜ਼ ਹਵਾਵਾਂ ਵੀ ਚੱਲ ਪੈਂਦੀਆਂ ਨੇ, ਕਦੇ ਸਲੋ ਵੀ ਚੱਲਦੀਆਂ, ਕਦੇ ਬਿਲਕੁਲ ਵੀ ਨਹੀਂ ਚੱਲਦੀਆਂ। ਇਹਨਾਂ ਦੀ ਜਿਹੜੀ ਗਤੀ ਹੈ ਇੱਕ ਤਾਂ ਉਹ, ਔਰ ਇੱਕ ਇਹਨਾਂ ਦੀ ਜਿਹੜੀ ਦਿਸ਼ਾ ਹੈ ਕਦੇ ਖੱਬੇ ਕਦੇ ਸੱਜੇ, ਹੈ ਨਾ। ਇਸ ਨੂੰ ਫਾਈਂਡ ਆਊਟ ਕਰਨ ਦੀ ਜਿਹੜੀ ਕਹਿ ਸਕਦੇ ਹਾਂ ਸਿਰਾ ਜਾਂਦਾ ਹੈ ਜਾਂ ਖੋਜ ਦਾ ਜਿਹੜਾ ਸਿਰਾ ਜਾਂਦਾ ਹੈ, ਉਹ ਫੈਰਲ ਨਾਂ ਦਾ ਵਿਗਿਆਨੀ ਸੀਗਾ। ਉਸਨੇ ਇਸ ਚੀਜ਼ ਦੀ ਖੋਜ ਕੀਤੀ ਸੀਗੀ ਕਿ ਜੇਕਰ ਅਸੀਂ ਉੱਤਰੀ ਧਰੁਵ ਦੇ ਵਿੱਚ ਚਲੇ ਜਾਈਏ ਜਾਂ ਉੱਤਰੀ ਅਰਧ ਗੋਲੇ ਦੇ ਵਿੱਚ ਚਲੇ ਜਾਈਏ ਤਾਂ ਇੱਥੋਂ ਦੀ ਹਵਾ ਜਿਹੜੀ ਹੈ ਉਹ ਸੱਜੇ ਪਾਸੇ ਮੁੜਦੀ ਹੈਗੀ ਆ। ਉੱਤਰੀ ਧਰੁਵ ਕਿਹੜਾ ਹੈ? ਉੱਪਰ ਵਾਲਾ, ਠੀਕ ਹੈ। ਇੱਥੇ ਜਿਹੜੀ ਹਵਾ ਹੋਵੇਗੀ ਉਹ ਕਿਸ ਸਾਈਡ ਵੱਲ ਮੁੜਦੀ ਹੈ? ਸੱਜਾ ਪਾਸਾ ਕਿਹੜਾ ਸਾਡਾ ਹੈ? ਸੋ ਇਸ ਤਰੀਕੇ ਦੇ ਨਾਲ ਇਸ ਵੱਲ ਮੂਵਮੈਂਟ ਕਰਦੀ ਹੈਗੀ, ਠੀਕ ਹੈ। ਔਰ ਅਗਰ ਅਸੀਂ ਗੱਲ ਕਰੀਏ ਦੱਖਣੀ ਗੋਲਾਰਧ ਦੇ ਵਿੱਚ ਤਾਂ ਇੱਥੇ ਜਿਹੜੀ ਹਵਾ ਹੈਗੀ ਉਹ ਖੱਬੇ ਪਾਸੇ ਮੁੜਦੀ ਹੈਗੀ ਆ। ਸੋ ਇਸ ਤਰੀਕੇ ਦੇ ਨਾਲ ਇਹ ਪ੍ਰਕਿਰਿਆ ਜਿਹੜੀ ਚੱਲਦੀ ਹੈ, ਇਹ ਇਫੈਕਟ ਹੈ ਕਿਸ ਦਾ? ਦੈਨਿਕ ਗਤੀ ਦਾ, ਕਿਉਂਕਿ ਧਰਤੀ ਘੁੰਮਦੀ ਹੈ ਉਸੇ ਪ੍ਰਕਿਰਿਆ ਦੇ ਨਾਲ ਇਹ ਹਵਾਵਾਂ ਦੀ ਜਿਹੜੀ ਦਿਸ਼ਾ ਉਹ ਵੀ ਨਿਰਧਾਰਿਤ ਹੁੰਦੀ ਹੈਗੀ। ਨੈਕਸਟ ਹੈ ਵਾਰਸ਼ਿਕ ਗਤੀ। ਵਾਰਸ਼ਿਕ ਮਤਲਬ ਕਿ ਵਰਸ਼ ਮਤਲਬ ਇੱਕ ਸਾਲ ਦੀ ਗੱਲ ਕਰੀਏ ਨਾ, ਕਿ ਇੱਕ ਸਾਲ ਦੇ ਵਿੱਚ ਜਿਹੜਾ ਚੱਕਰ ਪੂਰਾ ਕਰਦੀ ਹੈਗੀ ਆ। ਤਾਂ ਧਰਤੀ ਹੈ ਜਿਹੜੀ ਉਹ ਸੂਰਜ ਦੀ ਧਰਤੀ ਜਿਹੜੀ ਵਾਰਸ਼ਿਕ ਗਤੀ ਆ ਉਹ ਸੂਰਜ ਦੇ ਦੁਆਲੇ ਹੁੰਦੀ ਹੈ। ਦੈਨਿਕ ਗਤੀ ਉਸਦੀ ਆਪਣੀ ਧੁਰੀ ਦੇ ਦੁਆਲੇ ਹੁੰਦੀ ਹੈ ਅਤੇ ਉਸਦੀ ਵਾਰਸ਼ਿਕ ਗਤੀ ਜਿਹੜੀ ਹੈ ਉਹ ਸੂਰਜ ਦੇ ਦੁਆਲੇ ਹੁੰਦੀ ਹੈਗੀ ਆ, ਜਿਸ ਨੂੰ ਪੂਰਾ ਕਰਨ ਦੇ ਲਈ ਤਕਰੀਬਨ 365 1/4 ਜਿਹੜੇ ਦਿਨ ਉਹ ਲੱਗਦੇ ਹੈਗੇ ਨੇਗੇ, ਠੀਕ ਹੈ। 1/4 ਸੋ 365/1/4 ਦਾ ਮਤਲਬ ਹੈ ਕਿ 365 ਦਿਨ ਹੋਣਗੇ ਅਤੇ 6 ਘੰਟਿਆਂ ਦਾ ਜਿਹੜਾ ਸਮਾਂ ਹੋਵੇਗਾ। ਤਾਂ ਦਿਨ ਦੇ ਵਿੱਚ 24 ਘੰਟੇ ਹੁੰਦੇ ਨੇ, ਤਾਂ ਬਾਕੀ ਦੇ ਜਿਹੜੇ ਫਿਰ 18 ਘੰਟੇ ਰਹਿ ਜਾਂਦੇ ਆ ਉਹ ਫਿਰ ਕਿਸ ਤਰੀਕੇ ਨਾਲ ਐਡ ਹੁੰਦੇ ਨੇ? ਉਹ ਗਾਹਾਂ ਵਾਲੇ ਸਾਲਾਂ ਦੇ ਵਿੱਚ, ਹੈ ਨਾ, ਅਗਲੇ ਸਾਲਾਂ ਦੇ ਵਿੱਚ ਜਿਹੜਾ ਕਹਿ ਸਕਦੇ ਹਾਂ ਐਡ ਕਰ ਦਿੰਦੇ ਨੇ, ਜੋ ਅੱਗੇ ਦੇਖ ਸਕਦੇ ਹਾਂ ਕਿ 4 ਸਾਲਾਂ ਦਾ ਸਮਾਂ ਗੁਜ਼ਰਦਾ ਹੈ ਕਿ ਜਿਸ ਦੇ ਲਈ 24 ਘੰਟੇ ਜਿਹੜੇ ਉਹ ਨਿਰਧਾਰਿਤ ਕਰਨੇ ਪੈਂਦੇ ਨੇ, ਯਾਨੀ ਕਿ 6 ਚੌਕਾ 24 ਘੰਟੇ ਪੂਰੇ ਜਿਹੜੇ ਚੌਥੇ ਸਾਲ ਪੂਰੇ ਹੋਣਗੇ। ਔਰ ਚੌਥੇ ਸਾਲ ਜਿਸ ਸਾਲ ਇਹ 24 ਘੰਟੇ ਪੂਰੇ ਹੋ ਜਾਣਗੇ, 365 ਤੋਂ 366 ਦਿਨ ਹੋ ਜਾਣਗੇ, ਉਸ ਦਿਨ ਲੀਪ ਵਾਲਾ ਸਾਲ ਹੁੰਦਾ ਹੈ, ਜਿਹੜਾ ਕਿ ਹਰ ਸਾਲ 4 ਸਾਲਾਂ ਬਾਅਦ ਇਹ ਆਉਂਦਾ ਹੁੰਦਾ ਹੈਗਾ। ਹਰ ਚੌਥੇ ਸਾਲ ਨੂੰ ਅਸੀਂ ਲੀਪ ਵਾਲਾ ਜਿਹੜਾ ਸਾਲ ਕਹਿੰਦੇ ਹਾਂ, ਕਿਉਂਕਿ ਉਸ ਦਿਨ ਜਿਹੜਾ 365 ਦਿਨਾਂ ਦੀ ਬਜਾਏ 366 ਦਿਨਾਂ ਦਾ ਦਿਨ ਹੁੰਦਾ ਹੈ ਸਾਡਾ ਇੱਕ ਕੈਲੰਡਰ ਦੇ ਉੱਪਰ। ਔਰ ਹਰੇਕ ਚੌਥੇ ਸਾਲ ਜਿਹੜਾ ਕਹਿ ਸਕਦੇ ਹੈਗੇ ਕਿ ਫਰਵਰੀ ਦਾ ਮਹੀਨੇ ਦੇ ਵਿੱਚ ਇੱਕ ਦਿਨ ਐਡ ਕਰ ਦਿੱਤਾ ਜਾਂਦਾ ਹੈ, ਯਾਨੀ ਕਿ 29 ਦਿਨਾਂ ਦਾ ਜਿਹੜਾ ਮਹੀਨਾ ਉਹ ਚੌਥੇ ਸਾਲ ਲੀਪ ਵਾਲੇ ਸਾਲ ਕਰ ਦਿੰਦੇ ਹੈਗੇ ਨੇਗੇ, ਠੀਕ ਹੈ। ਔਰ ਬਾਕੀ ਦੇ ਦਿਨਾਂ ਦੇ ਵਿੱਚ ਇਹ ਦਿਨ ਜਿਹੜਾ ਮਹੀਨਾ ਜਿਹੜਾ ਉਹ 28 ਦਿਨਾਂ ਦਾ ਹੁੰਦਾ, ਬਟ ਚੌਥੇ ਸਾਲ ਲੀਪ ਵਾਲੇ ਸਾਲ ਦੇ ਵਿੱਚ ਇਹ ਜਿਹੜਾ ਕਹਿ ਸਕਦੇ ਹਾਂ 29 ਦਿਨਾਂ ਦਾ ਹੁੰਦਾ। ਇਹ ਮੋਸਟ ਇੰਪੋਰਟੈਂਟ ਹੈ ਕਿ ਲੀਪ ਵਾਲਾ ਸਾਲ ਕਿੰਨੇ ਸਾਲਾਂ ਬਾਅਦ ਆਉਂਦਾ ਹੈ ਅਤੇ ਕਿਹੜੇ ਮਹੀਨੇ ਦੇ ਦਿਨ ਜਿਹੜੇ ਉਹ ਕਹਿ ਸਕਦੇ ਇਨਕਰੀਜ਼ ਕਰ ਦਿੱਤੇ ਜਾਂਦੇ ਨੇਗੇ। ਤਾਂ 29 ਦਿਨ ਜਿਹੜੇ ਹੋ ਜਾਂਦੇ ਹੈਗੇ ਨੇ ਫਰਵਰੀ ਮਹੀਨੇ ਦੇ। ਸੋ ਹੁਣ ਤੱਕ ਅਗਰ ਲੀਪ ਵਾਲੇ ਸਾਲ ਦੀ ਗੱਲ ਕਰੀਏ ਤਾਂ 1988 ਦੇ ਵਿੱਚ, 1992 ਦੇ ਵਿੱਚ, 1996 ਦੇ ਵਿੱਚ, 2000 ਦੇ ਵਿੱਚ, 2004 ਦੇ ਵਿੱਚ, 2008 ਦੇ ਵਿੱਚ, 2012 ਦੇ ਵਿੱਚ, 2016 ਦੇ ਵਿੱਚ ਔਰ ਵਰਤਮਾਨ ਸਮੇਂ 2020 ਦੇ ਵਿੱਚ ਜਿਹੜਾ ਕਹਿ ਸਕਦੇ ਲਾਸਟ ਸਾਡਾ ਹੈ ਨਾ ਸਾਲ ਟੱਪ ਕੇ ਗਿਆ, ਉਸ ਦੇ ਵਿੱਚ ਲੀਪ ਵਾਲਾ ਸਾਲ ਸੀ। ਹੁਣ ਨੈਕਸਟ ਜਿਹੜਾ ਇਹ 2024 ਦੇ ਵਿੱਚ ਆਵੇਗਾ। ਇੱਕ ਕੁਐਸਚਨ ਵੀ ਆ ਜਾਂਦਾ ਹੈ ਕਿ ਲਾਸਟ ਜਿਹੜਾ ਲੀਪ ਵਾਲਾ ਸਾਲ ਕਿਹੜਾ ਸੀ ਅਤੇ ਨੈਕਸਟ ਕਿਹੜਾ ਹੋ ਸਕਦਾ ਹੈ। ਤਾਂ ਨੈਕਸਟ ਜਿਹੜਾ ਉਹ 2024 ਹੋਵੇਗਾ ਔਰ ਪਾਸਟ ਦੇ ਵਿੱਚ ਜਿਹੜਾ ਹੁਣੇ ਗੁਜ਼ਰਿਆ ਹੈ ਉਹ 2020 ਦੇ ਵਿੱਚ ਲੀਪ ਵਾਲਾ ਸਾਲ ਗੁਜ਼ਰਿਆ ਹੈ। ਓਕੇ, ਸੋ ਧਰਤੀ ਦੀ ਵਾਰਸ਼ਿਕ ਗਤੀ ਦੇ ਕਾਰਨ ਹੀ ਜਿਹੜੀਆਂ ਰੁੱਤਾਂ ਦੀ ਤਬਦੀਲੀ ਵੀ ਹੁੰਦੀ ਹੈ। ਸੋ ਇਹਦੀ ਸਥਿਤੀ ਹੈ ਨਾ ਤੁਸੀਂ ਇਹ ਇਮੇਜ ਦੇ ਵਿੱਚ ਦੇਖ ਸਕਦੇ ਹੋ, ਕਿਉਂਕਿ ਸੋ ਜਿਹੜੀ ਧਰਤੀ ਹੈ ਉਹ 66 ਡਿਗਰੀ ਦੇ ਉੱਪਰ ਝੁਕੀ ਹੋਈ ਹੈ। ਇਸੇ ਕਾਰਨ ਕਰਕੇ ਤੁਸੀਂ ਇਹ ਦੇਖ ਸਕਦੇ ਹੋ ਹੁਣ ਹਾਫ ਜਿਹੜਾ ਕਦੇ ਕਿਹੜੀ ਸਾਈਡ ਮੀਨਸ ਕਿ ਕਦੇ ਇਸ ਦਾ ਉੱਤਰੀ ਧਰੁਵ ਸੂਰਜ ਦੇ ਸਾਹਮਣੇ ਆ ਜਾਂਦਾ ਹੈ, ਕਦੇ ਦੱਖਣੀ ਧਰੁਵ ਸਾਹਮਣੇ ਆ ਜਾਂਦਾ ਹੈ। ਇਹ ਅਲੱਗ-ਅਲੱਗ ਹੈਗਾ, ਹੈ ਨਾ। ਸੋ ਅਗਰ ਅਸੀਂ ਜੂਨ ਦੀ ਗੱਲ ਕਰੀਏ ਤਾਂ ਜੂਨ ਦੇ ਸਮੇਂ ਧਰਤੀ ਦਾ ਜਿਹੜਾ ਕਿਹੜਾ ਪਾਸਾ ਹੈਗਾ ਉੱਤਰੀ ਧਰੁਵ, ਯਾਨੀ ਕਿ ਨਾਰਥ ਹੈਮਸਫੀਅਰ ਜਿਹੜਾ ਹੈ ਉਹ ਸੂਰਜ ਦੇ ਸਾਹਮਣੇ ਹੈਗਾ। ਔਰ ਇਸ ਸਮੇਂ ਜਿਹੜੀਆਂ ਸੂਰਜ ਦੀਆਂ ਕਿਰਨਾਂ ਨੇ ਉਹ ਕਰਕ ਰੇਖਾ ਜੋ ਕਿ ਟ੍ਰੋਪਿਕ ਆਫ ਕੈਂਸਰ ਜੋ ਕਿ ਭਾਰਤ ਦੇ ਵਿੱਚੋਂ ਦੀ ਗੁਜ਼ਰਦੀ ਹੈ ਉੱਥੇ ਪੈਂਦੀਆਂ ਨੇ, ਜਿਹਦੇ ਕਾਰਨ ਕੀ ਹੈਗਾ ਇਸ ਮਹੀਨੇ ਜੂਨ ਦੇ ਮਹੀਨੇ ਜਿਹੜਾ ਭਾਰਤ ਦੇ ਵਿੱਚ ਔਰ ਉੱਤਰੀ ਗੋਲਾਰਧ ਦੇ ਵਿੱਚ ਗਰਮੀ ਦਾ ਮੌਸਮ ਹੁੰਦਾ ਹੈਗਾ, ਠੀਕ ਹੈ। ਔਰ ਇਸ ਦੇ ਓਪੋਜ਼ਿਟ ਚਲੇ ਜਾਈਏ ਅਸੀਂ ਤਾਂ 22 ਦਸੰਬਰ ਦੀ ਸਥਿਤੀ ਇਸੇ ਦਿਨ, ਠੀਕ ਹੈ, 22 ਦਸੰਬਰ ਦੇ ਦਿਨ ਜਿਹੜਾ ਕਹਿ ਸਕਦੇ ਹੈਗੇ ਤਾਂ 22 ਦਸੰਬਰ ਨੂੰ ਜਿਹੜਾ ਇੱਥੇ ਕਹਿ ਸਕਦੇ ਹੈਗੇ ਉੱਤਰੀ ਗੋਲਾਰਧ ਸੂਰਜ ਦੇ ਸਾਹਮਣੇ ਸੀ, ਹੁਣ ਉਹੀ ਸਾਈਡ ਜਿਹੜੀ ਹੈ ਉਹ ਦੱਖਣੀ ਗੋਲਾਰਧ ਹੋ ਜਾਂਦੀ ਹੈਗੀ ਆ, ਜਿਹਦੇ ਬਦੌਲਤ ਕੀ ਹੈ ਕਿ
ਜਿਹੜਾ ਉੱਤਰੀ ਗੋਲਾਰਧ ਸੀਗਾ, ਜਿਵੇਂ ਕਿ ਭਾਰਤ ਇਸ ਦੇਸ਼ ਦੇ ਇਸ ਦੇ ਵਿੱਚ ਸ਼ਾਮਲ ਆਉਂਦਾ, ਤਾਂ ਉੱਥੇ ਸਰਦੀਆਂ ਦਾ ਸਮਾਂ ਸ਼ੁਰੂ ਹੋ ਜਾਂਦਾ ਹੈ ਅਤੇ ਦੱਖਣੀ ਗੋਲਾਰਧ ਹੈ ਨਾ, ਜਿਵੇਂ ਕਿ ਆਸਟ੍ਰੇਲੀਆ ਹੋ ਗਿਆ, ਇਹਨਾਂ ਦੇਸ਼ਾਂ ਦੇ ਵਿੱਚ ਸਰਦੀਆਂ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ, ਗਰਮੀਆਂ ਦਾ ਮੌਸਮ ਸ਼ੁਰੂ ਹੋ ਜਾਂਦਾ, ਸੌਰੀ, ਠੀਕ ਹੈ। ਉੱਤਰੀ ਧਰੁਵ ਦੇ ਵਿੱਚ ਜਿਹੜਾ ਕਹਿ ਸਕਦੇ ਹੈਗੇ ਕਿ ਗਰਮੀਆਂ ਦਾ ਮੌਸਮ, ਜਿੱਥੇ ਕਿ 6 ਮਹੀਨਿਆਂ ਦਾ ਦਿਨ ਜਿਹੜਾ ਹੋ ਜਾਊਗਾ, ਠੀਕ ਹੈ, ਔਰ ਇੱਥੇ ਜਿਹੜਾ 6 ਮਹੀਨਿਆਂ ਦੀ ਰਾਤ ਹੋ ਜਾਊਗੀ। ਇਹ ਦੋਨੋਂ ਆਪੋਜ਼ਿਟ ਨੇ, ਇਹਨੂੰ ਸਮਝਣ ਦੇ ਲਈ ਤੁਸੀਂ ਨਾ ਜੋੜ ਸਕਦੇ ਹੋ। ਯਾਨੀ ਕਿ 22 ਜੂਨ ਨੂੰ ਜਿਹੜਾ ਹੈ ਉੱਤਰੀ ਗੋਲਾਰਧ ਦੇ ਵਿੱਚ ਗਰਮੀਆਂ ਦਾ ਮੌਸਮ ਹੋਵੇਗਾ ਅਤੇ ਆਪੋਜ਼ਿਟ ਇਸ ਦੇ ਦੱਖਣੀ ਗੋਲਾਰਧ ਦੇ ਵਿੱਚ ਸਰਦੀਆਂ ਦਾ ਮੌਸਮ ਹੋਵੇਗਾ, ਔਰ 22 ਦਸੰਬਰ ਨੂੰ ਜਿਹੜਾ ਹੈ ਉੱਤਰੀ ਗੋਲਾਰਧ ਦੇ ਵਿੱਚ ਸਰਦੀਆਂ ਦਾ ਮੌਸਮ ਅਤੇ ਦੱਖਣੀ ਗੋਲਾਰਧ ਦੇ ਵਿੱਚ ਗਰਮੀਆਂ ਦਾ ਮੌਸਮ ਹੋਵੇਗਾ, ਠੀਕ ਹੈ। ਸੋ ਇਸ ਤੋਂ ਇਲਾਵਾ 2 ਦਿਨ ਅਜਿਹੇ ਨੇ ਜਿਸ ਦਿਨ ਸੂਰਜ ਦੀਆਂ ਕਿਰਨਾਂ ਜਿਹੜੀਆਂ ਹਨ ਬਰਾਬਰ ਪੈਂਦੀਆਂ ਨੇਗੀਆਂ, ਕਿੱਥੇ, ਇਕੁਏਟਰ ਦੇ ਉੱਪਰ ਪੈਂਦੀਆਂ ਹੈਗੀਆਂ ਨੇ, ਠੀਕ ਹੈ। ਇਕੁਏਟਰ ਦੇ ਉੱਪਰ ਪੈਣ ਕਰਕੇ ਦਿਨ ਅਤੇ ਰਾਤ ਦੇ ਜਿਹੜੇ ਬਰਾਬਰ ਦੀ ਪ੍ਰਕਿਰਿਆ ਗੁਜ਼ਰਦੀ ਹੈਗੀ ਆ। ਇਹ ਦਿਨ ਹੈਗੇ ਨੇ, ਇੱਕ ਤਾਂ 23 ਸਤੰਬਰ ਦਾ, ਦੂਸਰਾ ਹੈ 21 ਮਾਰਚ। ਇਸ ਦਿਨ ਜਿਹੜੇ ਨੇ ਕਹਿ ਸਕਦੇ ਹਨ ਦਿਨ ਅਤੇ ਰਾਤ ਉਹ ਬਰਾਬਰ ਹੁੰਦੇ ਨੇ, ਕਿਉਂਕਿ ਸੂਰਜ ਦੀਆਂ ਕਿਰਨਾਂ ਬਿਲਕੁਲ ਇਕੁਏਟਰ 'ਤੇ ਪੈਂਦੀਆਂ ਹੈਗੀਆਂ ਨੇ, ਭੂ-ਮੱਧ ਰੇਖਾ 'ਤੇ ਪੈਂਦੀਆਂ ਨੇ ਸਿੱਧੀਆਂ, ਜਿਹਦੇ ਕਰਕੇ 12 ਘੰਟਿਆਂ ਦਾ ਦਿਨ ਅਤੇ 12 ਘੰਟਿਆਂ ਦੀ ਰਾਤ ਜਿਹੜੀ ਹੋ ਜਾਂਦੀ ਹੈਗੀ ਆ, ਠੀਕ ਹੈ। ਅਤੇ 23 ਸਤੰਬਰ ਨੂੰ ਜਿਹੜਾ ਹੈ ਭਾਰਤ ਦੇ ਵਿੱਚ ਕੀ ਹੁੰਦਾ ਹੈਗਾ ਗਾ, ਪਤਝੜ ਦਾ ਜਿਹੜਾ ਮੌਸਮ ਹੁੰਦਾ ਹੈਗਾ ਗਾ, ਹੈ ਨਾ। ਔਰ ਅਗਰ ਅਸੀਂ ਮਾਰਚ ਦੀ ਗੱਲ ਕਰੀਏ 21 ਮਾਰਚ ਨੂੰ, ਤਾਂ ਇਸ ਸਮੇਂ ਜਿਹੜਾ ਸੁਹਾਵਣਾ ਮੌਸਮ ਜਿਹੜਾ ਹੈ ਨਾ ਕਹਿ ਸਕਦੇ ਹੈਗੇ ਆਗੇ, ਬਸੰਤ ਦਾ ਮੌਸਮ ਜਿਹੜਾ ਭਾਰਤ ਦੇ ਵਿੱਚ ਹੁੰਦਾ ਹੈਗਾ ਗਾ। ਇਸ ਸਮੇਂ ਨਾ ਜ਼ਿਆਦਾ ਗਰਮੀ ਅਤੇ ਨਾ ਜ਼ਿਆਦਾ ਸਰਦੀ ਹੁੰਦੀ ਹੈਗੀ ਆ, ਓਕੇ। ਸੋ ਇਹ ਸੀਗੀ ਧਰਤੀ ਦੀ ਵਾਰਸ਼ਨਿਕ ਗਤੀ, ਜੋ ਤੁਹਾਨੂੰ ਬਾਕੀ ਦੀ ਪਿਛਲੀ ਸਾਈਡ ਦੇ ਨਾਲੋਂ ਜ਼ਿਆਦਾ ਸਮਝ ਇਸ ਚੀਜ਼ ਦੇ ਵਿੱਚੋਂ ਲੱਗ ਸਕਦੀ ਹੈਗੀ, ਓਕੇ। ਸੋ ਇਹ ਮੈਂ ਸਾਰਾ ਐਕਸਪਲੇਨ ਕਰ ਚੁੱਕਿਆ ਹੈ ਨਾ। ਸੋ ਅਤੇ 21 ਮਾਰਚ 23 ਸਤੰਬਰ ਨੂੰ ਜਿਹੜਾ ਹੈ ਸੂਰਜ ਦੇ ਸਾਹਮਣੇ ਉੱਤਰੀ ਗੋਲਾਰਧ ਰਹਿੰਦਾ ਹੈਗਾ ਗਾ, ਠੀਕ ਹੈ। ਔਰ ਇਸ ਤੋਂ ਬਾਅਦ ਅਗਰ ਗੱਲ ਕਰੀਏ ਉੱਤਰੀ ਧਰੁਵ, ਤਾਂ ਉੱਤਰੀ ਧਰੁਵ ਦੇ ਵਿੱਚ 6 ਮਹੀਨਿਆਂ ਦਾ ਦਿਨ ਜਿਹੜਾ ਹੈ ਉਹ ਰਹਿੰਦਾ ਹੈ 21 ਮਾਰਚ ਤੋਂ 23 ਸਤੰਬਰ ਤੱਕ ਦਾ, ਓਕੇ। ਔਰ 23 ਸਤੰਬਰ ਤੋਂ 21 ਮਾਰਚ ਤੱਕ ਦੀ ਸਥਿਤੀ ਦੇ ਵਿੱਚ ਜਿਹੜਾ ਦੱਖਣੀ ਗੋਲਾਰਧ ਦੇ ਵਿੱਚ 6 ਮਹੀਨਿਆਂ ਦਾ ਜਿਹੜਾ ਹੈ ਨਾ ਦਿਨ ਰਹਿੰਦਾ ਹੈਗਾ ਗਾ, ਅਤੇ 6 ਮਹੀਨਿਆਂ ਦੀ ਜਿਹੜੀ ਉਹ ਰਾਤ ਹੋ ਜਾਂਦੀ ਹੈਗੀ ਆਗੀ, ਓਕੇ। ਸੋ ਇਸੇ ਤਰ੍ਹਾਂ 6 ਮਹੀਨਿਆਂ ਦਾ ਦਿਨ ਅਤੇ ਰਾਤ ਜਿਹੜਾ ਉਹ ਕੰਪਲੀਟ ਚੱਲਦਾ ਹੈ, ਜੋ ਪਹਿਲਾਂ ਮੈਂ ਦੱਸ ਚੁੱਕਿਆ ਹਾਂ। ਸੋ ਇਸ ਬਾਰੇ ਹੈ ਨਾ ਜ਼ਿਆਦਾ ਦੱਸਣ ਦੀ ਲੋੜ ਨਹੀਂ। ਸੋ 21 ਜੂਨ ਵਾਲਾ ਇਹ ਜ਼ਰੂਰ ਨੋਟ ਕਰ ਲੈਣਾ ਕਿ 21 ਜੂਨ ਨੂੰ ਜਿਹੜੀਆਂ ਸੂਰਜ ਦੀਆਂ ਕਿਰਨਾਂ ਨੇ ਉਹ ਕਰਕ ਰੇਖਾ ਦੇ ਉੱਪਰ, ਟ੍ਰੋਪਿਕ ਆਫ ਕੈਂਸਰ, ਜੋ ਕਿ ਭਾਰਤ ਦੇ ਵਿੱਚੋਂ ਦੀ ਗੁਜ਼ਰਦੀ ਹੈ, ਉਸ ਦੇ ਉੱਪਰ ਸਿੱਧੀਆਂ ਪੈਂਦੀਆਂ ਨੇ। ਇਹ ਕੁਐਸਚਨ ਬਹੁਤ ਵਾਰ ਆ ਜਾਂਦਾ ਹੁੰਦਾ ਹੈ, ਸੋ ਇਸ ਨੂੰ ਯਾਦ ਰੱਖਣਾ, ਓਕੇ। ਔਰ 22 ਦਸੰਬਰ ਜਿਹੜਾ ਕਿ ਮਕਰ ਰੇਖਾ, ਜੋ ਕਿ ਸਦਰਨ ਹੈਮਸਫੀਅਰ ਦੇ ਵਿੱਚ ਆ ਜਾਂਦੀ ਹੈਗੀ ਟ੍ਰੋਪਿਕ ਆਫ ਕੈਪਰੀਕੌਨ, ਸੋ ਉੱਥੋਂ ਦੀ ਗੁਜ਼ਰਦੀ ਹੈ। ਸੋ 22 ਸਤੰਬਰ ਨੂੰ ਜਿਹੜੀਆਂ ਸੂਰਜ ਦੀਆਂ ਕਿਰਨਾਂ ਇੱਥੇ ਸਿੱਧੀਆਂ ਪੈਂਦੀਆਂ ਨੇ, ਜਿਸ ਕਾਰਨ ਕਰਕੇ ਇੱਥੇ ਗਰਮੀ ਦਾ ਮੌਸਮ ਹੁੰਦਾ ਹੈਗਾ, ਓਕੇ। ਜੂਨ ਦੇ ਵਿੱਚ ਉੱਤਰੀ ਗੋਲਾਰਧ ਦੇ ਵਿੱਚ ਗਰਮੀ ਦੀ ਰੁੱਤ ਹੁੰਦੀ ਹੈਗੀ ਅਤੇ ਦੱਖਣ ਦੇ ਵਿੱਚ ਜਿਹੜਾ ਕਹਿ ਸਕਦੇ ਹਨ ਸਰਦੀਆਂ ਦਾ ਮੌਸਮ ਹੁੰਦਾ ਹੈ। ਔਰ ਦਸੰਬਰ ਦੇ ਵਿੱਚ ਦੱਖਣੀ ਗੋਲਾਰਧ ਜਿਹੜਾ ਕਿ ਸਦਰਨ ਹੈਮਸਫੀਅਰ ਹੈ, ਉੱਥੇ ਗਰਮੀਆਂ ਦੀ ਰੁੱਤ ਹੁੰਦੀ ਹੈਗੀ, ਅਤੇ ਭਾਰਤ ਵਰਗਾ ਦੇਸ਼ ਜਿਹੜਾ ਕਿ ਨਦਰਨ ਹੈਮਸਫੀਅਰ ਦੇ ਵਿੱਚ ਹੈ, ਉੱਥੇ ਸਰਦੀਆਂ ਦੀ ਰੁੱਤ ਸ਼ੁਰੂ ਹੋ ਚੁੱਕੀ ਹੁੰਦੀ ਹੈਗੀ ਆ। ਸਾਰੇ ਸੰਸਾਰ ਦੇ ਵਿੱਚ 21 ਮਾਰਚ 23 ਅਤੇ 23 ਸਤੰਬਰ ਇਹ ਦਿਨ ਅਤੇ ਰਾਤ ਇਸ 'ਤੇ ਜਿਹੜੀ ਲੰਬਾਈ ਉਹ ਬਰਾਬਰ ਪਾਈ ਜਾਂਦੀ ਹੈ, ਇੱਕੋ ਜਿਹੇ ਦਿਨ ਪਾਏ ਜਾਂਦੇ ਆ। ਔਰ ਇਸੇ ਕਾਰਨ ਕਰਕੇ ਇਸ ਨੂੰ ਇਕੁਨਿਕਸ ਜਿਹੜਾ ਕਿਹਾ ਜਾਂਦਾ ਜਾਂ ਵਿਸ਼ਵਵਤ ਜਾਂ ਸਮਰਾਤਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਲਾਸਟ ਮਾਸਟਰ ਗੇਡਰ ਦੇ ਵਿੱਚ ਇੱਕ ਕੁਐਸਚਨ ਆਇਆ ਸੀਗਾ ਕਿ ਦਿਨ ਅਤੇ ਰਾਤ ਕਿਹੜੇ ਮਤਲਬ ਮਹੀਨੇ ਦਿਨ ਨੂੰ ਬਰਾਬਰ ਪਾਏ ਜਾਂਦੇ ਹੈਗੇ ਨੇ। 21 ਮਾਰਚ ਅਤੇ 23 ਸਤੰਬਰ ਦਾ ਦਿਨ ਜਿਹੜਾ ਹੈਗਾ ਗਾ, ਜਿਸ ਨੂੰ ਵਿਸ਼ਵੀ ਜਾਂ ਸਮਾਰਾਤਰੀ ਵੀ ਕਿਹਾ ਜਾਂਦਾ ਹੈ। ਔਰ ਇੰਗਲਿਸ਼ ਦੇ ਵਿੱਚ ਇਸ ਨੂੰ ਜ਼ਿਆਦਾ ਯਾਦ ਰੱਖਣਾ, ਕਿਉਂਕਿ ਕੋਈ ਵੀ ਹੈ ਨਾ ਆਪਸ਼ਨ ਪੁੱਛੀ ਜਾ ਸਕਦੀ ਹੈ ਇੰਗਲਿਸ਼ ਦੀ, ਤੁਸੀਂ ਜ਼ਿਆਦਾ ਸਮਝ ਸਕੋਗੇ ਇਕੁਨਿਕਸ ਜਿਹੜੀ ਹੈਗੀ, ਠੀਕ ਹੈ। ਨੈਕਸਟ ਹੈ ਰੁੱਤਾਂ ਦੀ ਤਬਦੀਲੀ। ਸੋ ਰੁੱਤਾਂ ਦੀ ਤਬਦੀਲੀ ਜਿਹੜੀ ਹੈ ਉਹਦਾ ਕਾਰਨ ਇਹ ਹੈ ਕਿ ਧਰਤੀ ਸਾਡੀ 66 ਡਿਗਰੀ ਦੇ ਉੱਪਰ 66 ਡਿਗਰੀ ਦੇ ਉੱਪਰ ਝੁਕੀ ਹੋਈ ਹੈ। ਯਾਨੀ ਕਿ ਧਰਤੀ ਦਾ ਕਦੇ ਤਾਂ ਉੱਤਰ ਵਾਲਾ ਪਾਰਟ ਨਦਰਨ ਹੈਮਸਫੀਅਰ ਜਿਹੜਾ ਸੂਰਜ ਦੇ ਸਾਹਮਣੇ ਆ ਜਾਂਦਾ ਹੈ, ਅਤੇ ਕਦੇ ਸਦਰਨ ਹੈਮਸਫੀਅਰ ਜਿਹੜਾ ਉਹ ਸੂਰਜ ਦੇ ਸਾਹਮਣੇ ਆ ਜਾਂਦਾ ਹੈ। ਕਦੇ ਸੂਰਜ ਦੀਆਂ ਕਿਰਨਾਂ ਕਰਕ ਰੇਖਾ ਦੇ ਉੱਪਰ ਸਿੱਧੀਆਂ ਪੈਂਦੀਆਂ ਨੇ, ਕਦੇ ਜਿਹੜੀਆਂ ਉਹ ਮਕਰ ਰੇਖਾ ਦੇ ਉੱਪਰ ਸਿੱਧੀਆਂ ਪੈਂਦੀਆਂ ਨੇ, ਜਿਹਦੇ ਕਾਰਨ ਕਰਕੇ ਰੁੱਤਾਂ ਦੇ ਵਿੱਚ ਤਬਦੀਲੀ ਆਉਂਦੀ ਰਹਿੰਦੀ ਹੈਗੀ ਆ। ਔਰ ਇਸੇ 66 ਡਿਗਰੀ ਦੇ ਝੁਕੇ ਹੋਣ ਕਰਕੇ ਦੈਨਿਕ ਗਤੀ ਦੇ ਔਰ ਵਾਰਸ਼ਨਿਕ ਗਤੀ ਦੀ ਪ੍ਰਕਿਰਿਆ ਦੇ ਕਾਰਨ ਜਿਹੜਾ ਕਹਿ ਸਕਦੇ ਹਾਂ ਸਾਡੀ ਧਰਤੀ ਦੇ ਉੱਪਰ 4 ਤਰ੍ਹਾਂ ਦੀਆਂ ਜਿਹੜੀਆਂ ਹਾਲਾਤਾਂ ਦੇਖਣ ਨੂੰ ਮਿਲਦੀਆਂ ਨੇ। ਇੱਕ ਸਰਦੀਆਂ ਦਾ ਮੌਸਮ, ਇੱਕ ਗਰਮੀਆਂ ਦਾ ਮੌਸਮ, ਇੱਕ ਪਤਝੜ ਦਾ ਮੌਸਮ, ਇੱਕ ਬਸੰਤ ਦਾ ਮੌਸਮ, ਹੈ ਨਾ। ਸੋ ਇਹ ਪਹਿਲਾਂ ਵਾਲੀ ਸਲਾਈਡ ਦੇ ਵਿੱਚ ਮੈਂ ਦੱਸ ਚੁੱਕਿਆ, ਉੱਥੋਂ ਤੁਸੀਂ ਦੇਖ ਸਕਦੇ ਹੈਗੇ ਹੋਗੇ। ਸੋ 4 ਸਥਿਤੀਆਂ ਦੇ ਵਿੱਚੋਂ ਇਹ ਗੁਜ਼ਰਦਾ ਹੈ। ਸੋ ਅੱਗੇ ਹੈ 21 ਜੂਨ ਦੀ ਸਥਿਤੀ। ਇਹ ਆ ਜਾਂਦੇ ਹੁੰਦੇ ਨੇ ਕੁਐਸਚਨ ਜ਼ਿਆਦਾਤਰ, ਠੀਕ ਹੈ। ਸੋ 21 ਜੂਨ ਦੀ ਸਥਿਤੀ ਕੀ ਹੁੰਦੀ ਹੈਗੀ ਕਿ ਉੱਤਰੀ ਧਰੁਵ ਦੇ ਵਿੱਚ ਸੂਰਜ ਜਿਹੜਾ ਹੈ ਨਾ ਉਹ ਦਿਖਾਈ ਦਿੰਦਾ ਹੈ, ਜਾਂ ਉੱਤਰੀ ਧਰੁਵ ਜਿਹੜਾ ਹੈ ਉਹ ਸੂਰਜ ਦੇ ਵੱਲ ਝੁਕਿਆ ਹੁੰਦਾ ਹੈਗਾ ਗਾ। ਸੋ 66 ਡਿਗਰੀ ਦੇ ਉੱਪਰ ਝੁਕੀ ਹੋਈ ਹੈ ਧਰਤੀ। ਤਾਂ ਜਦੋਂ 21 ਜੂਨ ਦਾ ਦਿਨ ਹੋਵੇਗਾ ਤਾਂ ਜਿਹੜਾ ਸਾਡਾ ਹੈ ਨਾ ਉੱਤਰੀ ਪਾਰਟ ਹੈ, ਉੱਤਰੀ ਹੈਮਸਫੀਅਰ ਹੈ, ਉੱਥੇ ਸੂਰਜ ਦੀਆਂ ਕਿਰਨਾਂ ਜਿਹੜੀਆਂ ਉਹ ਸਿੱਧੀਆਂ ਪੈਣਗੀਆਂ। ਤਾਂ ਇਸ ਕਾਰਨ ਕਰਕੇ ਨਦਰਨ ਹੈਮਸਫੀਅਰ ਜਿਹੜਾ ਹੈ ਉੱਥੇ ਗਰਮੀਆਂ ਦੀ ਰੁੱਤ ਜਿਹੜੀ ਹੈ ਉਹ ਬਣੀ ਹੋਵੇਗੀ, ਗਰਮੀਆਂ ਦੀ ਰੁੱਤ ਜਿਹੜੀ ਸ਼ੁਰੂ ਹੋਈ ਹੋਵੇਗੀ ਨਾ। ਔਰ ਉੱਤਰੀ ਧਰੁਵ 'ਤੇ ਲਗਾਤਾਰ ਜਿਹੜਾ ਉਹ ਦਿਨ ਰਹੇਗਾ, 6 ਮਹੀਨਿਆਂ ਦਾ ਦਿਨ ਰਹੇਗਾ, ਕਿਉਂਕਿ 21 ਜੂਨ ਜਿਹੜਾ ਉਹ ਜਿਹੜਾ
ਨਦਰਨ ਹੈਮਿਸਫੀਅਰ ਦੇ ਵਿੱਚ ਹੈ ਤੇ ਇਸ ਲਈ ਜਿਹੜਾ ਹੈ ਨਦਰਨ ਹੈਮਿਸਫੀਅਰ ਦੇ ਵਿੱਚ 6 ਮਹੀਨਿਆਂ ਦਾ ਦਿਨ ਹੋਵੇਗਾ ਅਤੇ 6 ਮਹੀਨਿਆਂ ਦੀ ਜਿਹੜੀ ਉਹ ਰਾਤ ਸੰਭਵ ਹੋਵੇਗੀ ਅਤੇ ਉਹੀ ਦੱਖਣ ਦੇ ਵਿੱਚ ਜਿਹੜਾ ਕਹਿ ਸਕਦੇ ਹੈਗੇ ਨਾ ਸੋ ਰਾਤ ਦਾ ਹੋਵੇਗਾ 6 ਮਹੀਨਿਆਂ ਦਾ। ਸੂਰਜ ਦੀਆਂ ਕਿਰਨਾਂ ਇਸ ਸਮੇਂ ਜਿਹੜੀਆਂ ਕਰਕ ਰੇਖਾ ਦੇ ਉੱਪਰ ਪੈਂਦੀਆਂ ਨੇ ਅਤੇ ਓਸ਼ਨਖੰਡੀ ਖੇਤਰਾਂ ਦੇ ਵਿੱਚ ਜ਼ਿਆਦਾਤਰ ਸਿੱਧੀਆਂ ਪੈਂਦੀਆਂ ਨੇ। ਜਦੋਂ 21 ਜੂਨ ਦੀ ਸਥਿਤੀ ਆਉਂਦੀ ਹੈ ਤਾਂ ਜਾਣੀ ਕਿ ਭਾਰਤ ਸਾਡਾ ਜਿੱਥੋਂ ਦੀ ਟ੍ਰੋਪਿਕ ਆਫ ਕੈਂਸਰ ਗੁਜ਼ਰਦੀ ਆ ਉੱਥੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਹੈਗੀਆਂ ਨੇ, ਹੈ ਨਾ। ਸੋ ਇਹ ਲਾਸਟ ਕੱਲ੍ਹ ਜਿਹੜੀ ਸਥਿਤੀ ਇਹ ਗੁਜ਼ਰ ਕੇ ਗਈ ਹੈਗੀ ਜਿਸ ਦਿਨ ਹੈ ਨਾ ਸਭ ਤੋਂ ਵੱਡਾ ਦਿਨ ਜਿਹੜਾ ਮੰਨਿਆ ਜਾਂਦਾ ਹੈ, ਇਹ ਲਾਸਟ ਗੁਜ਼ਰ ਕੇ ਗਈ ਹੈ। ਕੱਲ੍ਹ ਅੱਜ 22 ਹੈ, ਕੱਲ੍ਹ 21 ਨੂੰ ਹੈ ਨਾ ਇਹ ਘਟਨਾ ਹੋਈ ਸੀਗੀ, ਜਾਣੀ ਕਿ ਸਭ ਤੋਂ ਵੱਡਾ ਦਿਨ ਸੀਗਾ ਔਰ ਟ੍ਰੋਪਿਕ ਆਫ ਕੈਂਸਰ ਦੇ ਉੱਪਰ ਜਿਹੜੀਆਂ ਹਨ ਸੂਰਜ ਦੀਆਂ ਕਿਰਨਾਂ ਸਿੱਧੀਆਂ ਪਈਆਂ ਸੀਗੀਆਂ, ਠੀਕ ਹੈ। ਔਰ ਉੱਤਰੀ ਗੋਲਾਰਧ ਦੇ ਬਹੁਤੇ ਭਾਗ ਅਤੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਹਨ ਅਤੇ ਜਿਸ ਦੇ ਨਤੀਜੇ ਵਜੋਂ ਦਿਨ ਵੱਡੇ ਅਤੇ ਛੋਟੇ ਜਿਹੜੇ ਉਹ ਹੁੰਦੇ ਹੈਗੇ ਨੇ। ਸੋ ਇਹ ਵੀ ਇਸੇ ਕਰਕੇ ਹੈ ਨਾ, ਸੋ ਜਿਵੇਂ ਜਿਵੇਂ ਸੂਰਜ ਦੀਆਂ ਕਿਰਨਾਂ ਤਿਰਛੀਆਂ ਟੇਢੀਆਂ ਜਾਂ ਪੈਂਦੀਆਂ ਹਨ ਉਹਦੇ ਆਧਾਰ ਦੇ ਉੱਪਰ ਦਿਨ ਅਤੇ ਰਾਤ ਦੀ ਜਿਹੜੀ ਲੰਬਾਈ ਆ ਉਹਦੇ ਵਿੱਚ ਵੀ ਫਰਕ ਪੈਂਦਾ ਰਹਿੰਦਾ ਹੈਗਾ। ਔਰ ਉੱਤਰੀ ਗੋਲਾਰਧ ਦੇ ਵਿੱਚ 21 ਜੂਨ ਦੀ ਸਥਿਤੀ ਦੇ ਵਿੱਚ ਜਿਹੜਾ ਨਾ ਕਹਿ ਸਕਦੇ ਹਾਂ ਗਰਮੀਆਂ ਦਾ ਮੌਸਮ ਹੁੰਦਾ ਹੈਗਾ ਔਰ 21 ਜੂਨ ਦੀ ਸਥਿਤੀ ਨੂੰ ਜਿਹੜਾ ਹੈ ਸਮਰ ਸੋਲਟੀਅਸਸ ਜਿਹੜਾ ਜਾਂ ਕਰਕ ਸੰਕ੍ਰਾਂਤੀ ਕਿਹਾ ਜਾਂਦਾ ਹੈ, ਕਿਉਂਕਿ ਇਸ ਦਿਨ ਕਰਕ ਰੇਖਾ ਦੇ ਉੱਪਰ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਨੇ। ਇਸੇ ਆਧਾਰ ਦੇ ਉੱਪਰ ਕਰਕ ਸੰਕ੍ਰਾਂਤੀ ਜਾਂ ਓਸ਼ਨ ਅਣਯਾਤ ਜਾਂ ਸਮਰ ਸੋਲਿਸ ਜਿਹੜਾ ਕਿਹਾ ਜਾਂਦਾ ਹੈਗਾ। ਓਕੇ, ਇਹ ਯਾਦ ਰੱਖਣਾ ਮੋਸਟ ਇੰਪੋਰਟੈਂਟ ਹੈਗਾ। ਨੈਕਸਟ ਹੈ ਓਕੇ, ਸੋ ਇਸ ਦਿਨ ਜਿਹੜਾ ਦੇਖਣ ਨੂੰ ਮਿਲਦਾ ਹੈ ਕਿ ਦਿਨ ਦੀ ਲੰਬਾਈ ਸਭ ਤੋਂ ਵੱਧ ਹੁੰਦੀ ਹੈ ਅਤੇ ਰਾਤ ਜਿਹੜੀ ਆ ਉਹ ਸਭ ਤੋਂ ਛੋਟੀ ਹੁੰਦੀ ਹੈ। ਕੱਲ੍ਹ ਹੈ ਨਾ ਜਿਹੜਾ ਆਪਾਂ ਗੱਲ ਕੀਤੀ ਸੀ 24 ਘੰਟੇ ਦੇ ਵਿੱਚੋਂ 14 ਘੰਟਿਆਂ ਦਾ ਜਿਹੜਾ ਦਿਨ ਸੀਗਾ, ਸੋ ਸਭ ਤੋਂ ਲੰਬਾ ਦਿਨ ਜਿਹੜਾ ਮੰਨਿਆ ਗਿਆ ਹੈ ਕੱਲ੍ਹ ਵਾਲਾ, ਹੈ ਨਾ। ਸੋ ਸਟੇਟਸ ਪਾਇਆ ਸੀ, ਜਿਹਨੇ ਦੇਖਿਆ ਹੋਊਗਾ ਨੋਟ ਕਰ ਲਿਆ ਹੋਊਗਾ। ਨੈਕਸਟ ਹੈ 22 ਦਸੰਬਰ ਦੀ ਸਥਿਤੀ। ਸੋ 22 ਸਤੰਬਰ ਦੀ ਸਥਿਤੀ ਨੂੰ ਜਿਹੜਾ ਭਾਰਤ ਦੇ ਵਿੱਚ ਸਭ ਤੋਂ ਛੋਟਾ ਦਿਨ ਮੰਨਿਆ ਜਾਊਗਾ, ਹੈ ਨਾ। ਸੋ ਇਸ ਸਥਿਤੀ ਦੇ ਵਿੱਚ ਜਿਹੜਾ ਦੱਖਣੀ ਧਰੁਵ ਜਿਹੜਾ ਹੈ ਉਹ ਸੂਰਜ ਦੇ ਸਾਹਮਣੇ ਹੋਊਗਾ। ਪਹਿਲਾਂ ਨਦਰਨ ਹੈਮੀਸਫੀਅਰ ਸੀਗਾ ਸੂਰਜ ਦੇ ਸਾਹਮਣੇ, ਹੁਣ 22 ਦਸੰਬਰ ਦੀ ਸਥਿਤੀ ਆ ਗਈ ਹੈ ਤਾਂ ਇਸ ਕਾਰਨ ਕਰਕੇ ਸੂਰਜ ਦੇ ਸਾਹਮਣੇ ਜਿਹੜਾ ਸਦਰਨ ਹੈਮੀਸਫੀਅਰ ਹੋਊਗਾ, ਜਿਸ ਕਾਰਨ ਕਰਕੇ ਉੱਤਰੀ ਧਰੁਵ ਦੇ ਵਿੱਚ ਸਰਦੀਆਂ ਦੀ ਰੁੱਤ ਸ਼ੁਰੂ ਹੋ ਜਾਊਗੀ ਅਤੇ ਦੱਖਣੀ ਧਰੁਵ ਦੇ ਵਿੱਚ ਗਰਮੀਆਂ ਦੀ ਰੁੱਤ ਜਿਹੜੀ ਹੈ ਉਹ ਸ਼ੁਰੂ ਹੋ ਜਾਊਗੀ। ਓਕੇ, ਸੋ ਸੂਰਜ ਦੀਆਂ ਕਿਰਨਾਂ ਇਸ ਸਮੇਂ ਟ੍ਰੋਪਿਕ ਆਫ ਕੈਪਰੀਕੌਨ ਯਾਨੀ ਕਿ ਮਕਰ ਰੇਖਾ ਜੋ ਕਿ 23.5 ਡਿਗਰੀ ਦੇ ਵਿੱਚ ਦੱਖਣ ਦੇ ਵਿੱਚ ਸਥਿਤ ਨੇ, ਇਹ ਰੇਖਾਵਾਂ ਉਹਦੇ ਉੱਪਰ ਸਿੱਧੀਆਂ ਪੈਂਦੀਆਂ ਨੇ, ਜਿਸ ਕਾਰਨ ਕਰਕੇ ਇੱਥੇ ਦਿਨ ਲੰਬੇ ਹੋ ਜਾਂਦੇ ਅਤੇ ਰਾਤਾਂ ਜਿਹੜੀਆਂ ਉਹ ਛੋਟੀਆਂ ਹੋ ਜਾਣਗੀਆਂ, ਠੀਕ ਹੈ। ਯਾਨੀ ਕਿ ਇਸ ਦਿਨ ਇੱਥੇ ਵੱਡਾ ਪਾਇਆ ਜਾਊਗਾ 22 ਦਸੰਬਰ ਨੂੰ ਦੱਖਣੀ ਧਰੁਵ ਦੇ ਵਿੱਚ ਮਕਰ ਰੇਖਾ ਦੇ ਉੱਪਰ। ਕਰਕ ਰੇਖਾ ਵੀ ਜਿਹੜੀ ਆ ਉਹ 23.5 ਡਿਗਰੀ ਉੱਤਰ ਦੇ ਵਿੱਚ ਸਥਿਤ ਹੈਗੀ ਆ। ਇਹਨਾਂ ਦੀ ਲੋਕੇਸ਼ਨ ਪੁੱਛ ਲਈ ਜਾਂਦੀ ਹੁੰਦੀ ਅਕਸਰ ਕਿ ਕਿੱਥੇ ਹੈ ਨਾ ਕਰਕ ਰੇਖਾ ਜਿਹੜੀ ਹੈ ਉਹ 23.5 ਡਿਗਰੀ ਉੱਤਰ ਦੇ ਵਿੱਚ ਹੈ ਅਤੇ ਮਕਰ ਰੇਖਾ ਜਿਹੜੀ ਉਹ 23.5 ਡਿਗਰੀ ਦੱਖਣ ਦੇ ਵਿੱਚ ਸਥਿਤ ਹੈਗੀ ਹੈਗੀ। ਦੱਖਣੀ ਅਰਧ ਗੋਲੇ ਦੇ ਵਿੱਚ ਗਰਮੀਆਂ ਦੀ ਰੁੱਤ ਹੁੰਦੀ ਹੈ, ਉੱਤਰੀ ਗੋਲਾਰਧ ਦੇ ਵਿੱਚ ਜਿਹੜਾ ਕਹਿ ਸਕਦੇ ਹਾਂ ਨਾ ਸਰਦੀਆਂ ਦੀ ਰੁੱਤ ਹੈਗੀ ਹੈ। 25 ਦਸੰਬਰ ਨੂੰ ਅਸੀਂ ਦੇਖਦੇ ਹਾਂ ਕਿ ਭਾਰਤ ਦੇ ਇੰਗਲੈਂਡ ਦੇ USA ਦੇ ਵਿੱਚ ਹੈ ਨਾ ਪੂਰੀ ਜਿਹੜੀ ਅੱਧ ਸਰਦੀ ਪੈ ਰਹੀ ਹੁੰਦੀ ਹੈਗੀ ਆ ਔਰ ਇਸ 25 ਦਸੰਬਰ ਨੂੰ ਜਿਹੜਾ ਕਹਿ ਸਕਦੇ ਹਾਂ ਕ੍ਰਿਸਮਸ ਮਨਾਈ ਜਾਂਦੀ ਹੈ ਨਾ, ਜੋ ਕਿ ਬਿਲਕੁਲ ਸ਼ੀਤ ਰੁੱਤ ਦੇ ਵਿੱਚ ਹੁੰਦੀ ਹੈਗੀ ਅਤੇ ਇਹਦਾ ਮਤਲਬ ਹੈ ਕਿ ਉੱਤਰੀ ਗੋਲਾਰਧ ਦੇ ਵਿੱਚ ਸਰਦੀਆਂ ਦੀ ਰੁੱਤ ਅਤੇ ਦੱਖਣੀ ਗੋਲਾਰਧ ਦੇ ਵਿੱਚ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਵਿੱਚ ਉਸ ਸਮੇਂ ਗਰਮੀ ਹੁੰਦੀ ਹੈ। ਇਸ ਤੋਂ ਇਲਾਵਾ ਦੱਖਣੀ ਅਮਰੀਕਾ ਦੇ ਵਿੱਚ, ਦੱਖਣੀ ਅਫਰੀਕਾ ਦੇ ਵਿੱਚ, ਠੀਕ ਹੈ ਜੀ। ਨੈਕਸਟ ਹੈ ਜੀ, ਜਦੋਂ ਸੂਰਜ ਜਿਹੜਾ ਮਕਰ ਰੇਖਾ 'ਤੇ ਚਮਕਦਾ ਤਾਂ ਇਸ ਨੂੰ ਸ਼ੀਤ ਅਣਜਾਤ ਜਾਂ ਮਕਰ ਸੰਕ੍ਰਾਂਤੀ ਕਿਹਾ ਜਾਂਦਾ ਹੈ ਜਾਂ ਵਿੰਟਰ ਸੋਲਸਟਿਸ ਜਿਹੜਾ ਕਿਹਾ ਜਾਂਦਾ ਹੈ। ਤਿੰਨ ਨਾਮ ਨੇ, ਤਿੰਨੋਂ ਯਾਦ ਰੱਖਣਾ, ਕਿਸੇ ਵੀ ਟਾਈਪ ਦਾ ਕੁਐਸਚਨ ਆ ਸਕਦਾ ਹੈ, ਕੋਈ ਵੀ ਮੀਨਿੰਗ ਉਹ ਤੁਹਾਨੂੰ ਪਾ ਸਕਦੇ ਨੇ, ਠੀਕ ਹੈ। ਜ਼ਿਆਦਾਤਰ ਇੰਗਲਿਸ਼ ਵਾਲਾ ਮੀਨਿੰਗ ਯਾਦ ਰੱਖਿਓ ਕਿਉਂਕਿ ਬਾਕੀਆਂ ਦੇ ਵਿੱਚ ਕਈ ਵਾਰ ਹੋਚ ਪੋਚ ਹੋ ਜਾਂਦੀ ਹੈ, ਪਤਾ ਨਹੀਂ ਲੱਗਦਾ ਹੈਗਾ। ਤਾਂ ਇਸ ਦਿਨ ਜਿਹੜਾ ਹੈ ਉੱਤਰੀ ਗੋਲਾਰਧ ਦੇ ਵਿੱਚ ਰਾਤ ਜਿਹੜੀ ਹੁੰਦੀ ਆ ਉਹ ਸਭ ਤੋਂ ਲੰਬੀ ਹੁੰਦੀ ਹੈਗੀ ਅਤੇ ਦਿਨ ਛੋਟਾ ਹੁੰਦਾ ਹੈ, ਪਰ ਦੱਖਣ ਦੇ ਵਿੱਚ ਜਿਹੜਾ ਇਸ ਦਿਨ 22 ਦਸੰਬਰ ਨੂੰ ਟ੍ਰੋਪਿਕ ਆਫ ਕੈਪਰੀਕੌਨ ਦੇ ਉੱਪਰ ਸਭ ਤੋਂ ਵੱਡਾ ਦਿਨ ਹੁੰਦਾ ਹੈਗਾ ਅਤੇ ਸਭ ਤੋਂ ਛੋਟੀ ਜਿਹੜੀ ਰਾਤ ਹੁੰਦੀ ਹੈਗੀ। ਓਕੇ, ਨੈਕਸਟ ਆਉਂਦਾ ਹੈ 21 ਮਾਰਚ ਅਤੇ 23 ਸਤੰਬਰ ਦੀ ਸਥਿਤੀ। ਸੋ ਇਸ ਸਥਿਤੀ ਵਾਲੇ ਦਿਨ ਜਿਹੜਾ ਹੈ 21 ਮਾਰਚ ਅਤੇ 23 ਸਤੰਬਰ ਨੂੰ ਸੂਰਜ ਦੀਆਂ ਕਿਰਨਾਂ ਜਿਹੜੀਆਂ ਉਹ ਸਿੱਧੀਆਂ ਪੈਂਦੀਆਂ ਹੈਗੀਆਂ ਨੇਗੀਆਂ ਟ੍ਰੋਪਿਕ ਆਫ ਇਕੁਏਟਰ ਦੇ ਉੱਪਰ, 0 ਡਿਗਰੀ ਦੇ ਉੱਪਰ ਪੈਂਦੀਆਂ ਹੈਗੀਆਂ ਨੇਗੀਆਂ, ਠੀਕ ਹੈ। ਸੋ ਇਸ ਦਿਨ ਕੀ ਹੁੰਦਾ ਹੈ ਕਿ 21 ਮਾਰਚ ਨੂੰ ਜਿਹੜਾ ਹੈ ਭਾਰਤ ਦੇ ਵਿੱਚ ਜਾਂ ਨਦਰਨ ਹੈਮੀਸਫੀਅਰ ਦੇ ਵਿੱਚ ਜਿਹੜਾ ਕਹਿ ਸਕਦੇ ਬਸੰਤ ਦੀ ਰੁੱਤ ਹੁੰਦੀ ਹੈਗੀ ਆ। 23 ਸਤੰਬਰ ਨੂੰ ਜਿਹੜਾ ਹੈ ਕਹਿ ਸਕਦੇ ਹੈਗੇ ਕਿ ਪਤਝੜ ਦੀ ਰੁੱਤ ਜਿਹੜੀ ਹੁੰਦੀ ਹੈਗੀ ਆ ਨਦਰਨ ਹੈਮੀਸਫੀਅਰ ਦੇ ਵਿੱਚ। ਅਤੇ ਇਹਨਾਂ ਦੋਨਾਂ ਸਥਿਤੀਆਂ ਦੇ ਵਿੱਚ ਦਿਨ ਅਤੇ ਰਾਤ ਜਿਹੜੇ ਨੇ ਉਹ ਬਰਾਬਰ ਹੁੰਦੇ ਨੇ, ਠੀਕ ਹੈ। ਸੋ ਕਿਉਂਕਿ ਇਕੁਏਟਰ ਦੇ ਉੱਪਰ ਜਿਹੜੀਆਂ ਕਿਰਨਾਂ ਉਹ ਸਿੱਧੀਆਂ ਪੈਂਦੀਆਂ ਹਨ, ਇਸ ਕਰਕੇ ਦਿਨ ਅਤੇ ਰਾਤ ਸਾਰੇ ਸੰਸਾਰ ਦੇ ਵਿੱਚ ਬਰਾਬਰ ਪੈਂਦੇ ਬਰਾਬਰ ਹੁੰਦੇ ਹੈਗੇ ਔਰ ਇਸ ਦਿਨ ਜਿਹੜਾ ਬਸੰਤ ਵਿਸ਼ਵ ਜਾਂ ਸਮਰਾਤਰੀ ਦੇ ਨਾਮ ਨਾਲ ਵੀ ਇਸ ਨੂੰ ਜਾਣਿਆ ਜਾਂਦਾ ਹੈ, ਯਾਨੀ ਕਿ ਸਪਰਿੰਗ ਐਕਸ਼ਨਸ ਜਿਹੜਾ ਕਿਹਾ ਜਾਂਦਾ ਹੈ ਅਤੇ ਆਟਮ ਜਿਹੜਾ ਕਿਹਾ ਜਾਂਦਾ ਹੈ ਨਾ। ਸੋ ਪਤਝੜ ਦਾ ਮੌਸਮ ਜਿਹੜਾ ਉਹ 23 ਸਤੰਬਰ ਨੂੰ ਆ ਜਾਂਦਾ ਹੈਗਾ ਔਰ ਸਪਰਿੰਗ ਜਿਹੜਾ ਹੈ ਨਾ ਕਹਿ ਸਕਦੇ ਹਾਂ ਬਸੰਤ ਦਾ ਮੌਸਮ ਹੈ ਉਹ 21 ਮਾਰਚ ਨੂੰ ਆ ਜਾਂਦਾ ਹੈ। ਸੋ ਦੋਨੋਂ ਦਿਨਾਂ ਨੂੰ ਤੁਸੀਂ ਯਾਦ ਰੱਖਣਾ ਹੈ। 21 ਮਾਰਚ ਨੂੰ ਜਿਹੜਾ ਹੈ ਸਪਰਿੰਗ ਇਕਵਿਨਸ ਆ ਜਾਂਦਾ ਹੈ ਔਰ 23 ਸਤੰਬਰ ਨੂੰ ਜਿਹੜਾ ਹੈ ਕਹਿ ਸਕਦੇ ਹਾਂ ਆਟਮ, ਜੋ ਕਿ ਉੱਤਰੀ ਗੋਲਾਰਧ ਦੇ ਵਿੱਚ ਪਤਝੜ ਦਾ ਮੌਸਮ ਅਤੇ ਉੱਤਰੀ ਗੋਲਾਰਧ ਦੇ ਵਿੱਚ ਜਿਹੜਾ 21 ਮਾਰਚ ਨੂੰ ਬਸੰਤ ਰੁੱਤ ਦਾ ਮੌਸਮ ਹੁੰਦਾ ਹੈ। ਓਕੇ,
ਸੋ ਇਹ ਸੀ ਅੱਜ ਦਾ ਸਾਡਾ ਟੌਪਿਕ। ਇਸ ਤੋਂ ਇਲਾਵਾ ਕੁਝ ਮਹੱਤਵਪੂਰਨ ਜਿਹੜੇ ਕੁਐਸਚਨ ਜੋ ਵੱਖ-ਵੱਖ ਪੇਪਰਾਂ ਦੇ ਵਿੱਚ ਆਉਂਦੇ ਰਹੇ ਨੇ, ਸੋ ਉਹਨਾਂ ਨੂੰ ਐਡ ਕੀਤਾ ਗਿਆ ਹੈ। ਸੋ ਫਸਟ ਕੁਐਸਚਨ ਹੈ ਧਰਤੀ ਦੀਆਂ ਗਤੀਆਂ ਹਨ। ਸੋ ਆਪਸ਼ਨ 1 ਹੈ ਦੈਨਿਕ ਗਤੀ, ਆਪਸ਼ਨ 2 ਹੈ ਵਾਰਸ਼ਿਕ ਗਤੀ, ਆਪਸ਼ਨ 3 ਹੈ ਏ ਔਰ ਬੀ ਆਪਸ਼ਨ ਅਤੇ ਆਪਸ਼ਨ 4 ਹੈ ਕੋਈ ਨਹੀਂ। ਸੋ ਆਪਾਂ ਗੱਲ ਕੀਤੀ ਸੀ ਕਿ ਧਰਤੀ ਦੀਆਂ ਦੋ ਗਤੀਆਂ ਨੇ, ਇੱਕ ਹੈ ਦੈਨਿਕ ਗਤੀ, ਇੱਕ ਹੈ ਵਾਰਸ਼ਿਕ ਗਤੀ। ਸੋ ਦੈਨਿਕ ਗਤੀ ਜਿਹੜੀ ਹੈ ਉਹ ਦਿਨ ਅਤੇ ਰਾਤ ਬਣਾਉਣ ਦੇ ਵਿੱਚ ਮਦਦ ਕਰਦੀ ਹੈ। ਵਾਰਸ਼ਿਕ ਗਤੀ ਜਿਹੜੀ ਹੈ ਉਹ ਸਾਲ ਦੇ ਵਿੱਚ ਅਲੱਗ-ਅਲੱਗ ਰੁੱਤਾਂ ਨੂੰ ਨਿਰਧਾਰਿਤ ਕਰਨ ਦੇ ਵਿੱਚ ਮਦਦ ਕਰਦੀ ਹੈ। ਨੈਕਸਟ ਹੈ 2 ਨੰਬਰ ਕੁਐਸਚਨ, ਧਰਤੀ ਆਪਣੀ ਧੁਰੀ ਦੇ ਦੁਆਲੇ ਕਿੰਨੇ ਸਮੇਂ ਦੇ ਵਿੱਚ ਇੱਕ ਚੱਕਰ ਪੂਰਾ ਕਰਦੀ ਹੈ। ਸੋ ਆਪਸ਼ਨ 1 ਹੈ 48 ਘੰਟੇ, ਆਪਸ਼ਨ 2 ਹੈ 24 ਘੰਟੇ, ਆਪਸ਼ਨ 3 ਹੈ 12 ਘੰਟੇ ਅਤੇ ਆਪਸ਼ਨ 4 ਹੈ 36 ਘੰਟੇ। 6ਵੀਂ ਕਲਾਸ ਦੀ ਬੁੱਕ ਦੇ ਅਕੋਰਡਿੰਗ ਇਹ ਸਮਾਂ ਜਿਹੜਾ ਹੈ ਉਹ 24 ਘੰਟਿਆਂ ਦਾ ਹੈ। ਸੋ ਇਸ ਲਈ ਧਰਤੀ ਜਿਹੜਾ ਹੈ ਆਪਣੀ ਧੁਰੀ ਦੇ ਦੁਆਲੇ 24 ਘੰਟਿਆਂ ਦੇ ਵਿੱਚ ਆਪਣਾ ਇੱਕ ਚੱਕਰ ਪੂਰਾ ਕਰਦੀ ਹੈ। ਨੈਕਸਟ ਹੈ 3 ਨੰਬਰ, ਧਰਤੀ ਆਪਣੀ ਧੁਰੀ 'ਤੇ ਕਿੰਨੇ ਡਿਗਰੀ ਦੇ ਉੱਪਰ ਝੁਕੀ ਹੋਈ ਹੈ। ਆਪਸ਼ਨ 1 ਹੈ 23.5 ਡਿਗਰੀ, ਆਪਸ਼ਨ 2 ਹੈ 66 ਡਿਗਰੀ, ਆਪਸ਼ਨ 3 ਹੈ 0 ਡਿਗਰੀ ਅਤੇ ਆਪਸ਼ਨ 4 ਹੈ 90 ਡਿਗਰੀ। ਸੋ ਇਹ 'ਚ ਦੱਸਿਆ ਸੀ ਮੈਂ, ਸੋ 66 ਡਿਗਰੀ ਦੇ ਉੱਪਰ ਜਿਹੜਾ ਸਾਡੀ ਧਰਤੀ ਆ ਉਹ ਝੁਕੀ ਹੋਈ ਹੈਗੀ ਹੈ ਨਾ। ਸੈਂਟਰ ਦੇ ਵਿੱਚ 0 ਡਿਗਰੀ ਦੇ ਉੱਪਰ ਇਕੁਏਟਰ ਆ ਜਾਂਦੀ ਹੈਗੀ। ਉੱਤਰੀ ਧਰੁਵ ਦੇ ਵਿੱਚ, ਉੱਤਰੀ ਹੈਮਿਸਫੀਅਰ ਦੇ ਵਿੱਚ 23.5 ਡਿਗਰੀ ਦੇ ਉੱਪਰ ਟ੍ਰੋਪਿਕ ਆਫ ਕੈਂਸਰ ਯਾਨੀ ਕਿ ਕਰਕ ਰੇਖਾ ਜਾਂਦੀ ਹੈ। 23.5 ਡਿਗਰੀ ਦੱਖਣ ਦੇ ਵਿੱਚ ਜਿਹੜਾ ਕਹਿ ਸਕਦੇ ਹੈਗੇ ਕਿ ਮਕਰ ਰੇਖਾ, ਜਿਹਨੂੰ ਟ੍ਰੋਪਿਕ ਆਫ ਕੈਪਰੀਕੌਨ ਕਿਹਾ ਜਾਂਦਾ ਹੈ। ਸੋ ਇਹ ਰੇਖਾਵਾਂ ਜਿਹੜੀਆਂ ਬਣਾਉਂਦੀਆਂ ਹੈਗੀਆਂ ਨੇ। ਓਕੇ, ਨੈਕਸਟ ਹੈ 4 ਨੰਬਰ, ਧਰਤੀ ਘੁੰਮਦੀ ਹੈ। ਆਪਸ਼ਨ 1 ਹੈ ਪੱਛਮ ਤੋਂ ਪੂਰਬ ਵੱਲ, ਆਪਸ਼ਨ 2 ਹੈ ਪੂਰਬ ਤੋਂ ਪੱਛਮ ਵੱਲ, ਆਪਸ਼ਨ 3 ਹੈ ਪੱਛਮ ਤੋਂ ਉੱਤਰ ਵੱਲ ਅਤੇ ਆਪਸ਼ਨ 4 ਹੈ ਉੱਤਰ ਤੋਂ ਦੱਖਣ ਵੱਲ। ਸੋ ਰਾਈਟ ਇਸ ਦਾ ਆਨਸਰ ਏ ਆਪਸ਼ਨ। ਸੋ ਪੱਛਮ ਤੋਂ ਪੂਰਬ ਵੱਲ ਯਾਨੀ ਕਿ ਵੈਸਟ ਤੋਂ ਈਸਟ ਘੁੰਮਦੀ ਹੈਗੀ ਸਾਡੀ ਧਰਤੀ ਅਤੇ ਚੰਦ, ਤਾਰੇ, ਸੂਰਜ ਜਿਹੜੇ ਹੈਗੇ ਨੇਗੇ ਉਹ ਪੂਰਬ ਦੇ ਵਿੱਚੋਂ ਨਿਕਲਦੇ ਹੋਏ ਨਜ਼ਰ ਆਉਂਦੇ ਨੇ, ਕਿਉਂਕਿ ਸਾਡੀ ਧਰਤੀ ਉਹ ਪੱਛਮ ਤੋਂ ਪੂਰਬ ਦੇ ਵੱਲ ਘੁੰਮਦੀ ਹੈ। ਨੈਕਸਟ ਹੈ 5 ਨੰਬਰ, ਸਾਨੂੰ ਆਕਾਸ਼ ਦੇ ਵਿੱਚ ਚੰਨ ਅਤੇ ਤਾਰੇ ਕਿਸ ਦਿਸ਼ਾ ਦੇ ਵਿੱਚੋਂ ਨਿਕਲਦੇ ਨਜ਼ਰ ਆਉਂਦੇ ਨੇ। ਸੋ ਆਪਸ਼ਨ 1 ਹੈ ਪੱਛਮ ਦੇ ਵਿੱਚੋਂ, ਆਪਸ਼ਨ 2 ਹੈ ਉੱਤਰ ਦੇ ਵਿੱਚੋਂ, ਆਪਸ਼ਨ 3 ਹੈ ਦੱਖਣ ਦੇ ਵਿੱਚੋਂ ਅਤੇ ਆਪਸ਼ਨ 4 ਹੈ ਪੂਰਬ ਦੇ ਵਿੱਚੋਂ। ਰਾਈਟ ਇਸ ਦਾ ਆਨਸਰ ਡੀ ਆਪਸ਼ਨ। ਸੋ ਪੂਰਬ ਦੇ ਵਿੱਚੋਂ ਨਿਕਲਦੇ ਨੇ, ਕਿਉਂਕਿ ਸਾਡੀ ਧਰਤੀ ਦੀ ਘੁੰਮਣ ਦੀ ਦਿਸ਼ਾ ਜਿਹੜੀ ਹੈ ਉਹ ਪੱਛਮ ਤੋਂ ਪੂਰਬ ਹੈਗੀ ਆ। ਨੈਕਸਟ ਹੈ 6 ਨੰਬਰ, ਦਿਨ ਅਤੇ ਰਾਤ ਬਰਾਬਰ ਹੁੰਦੇ ਹਨ। ਆਪਸ਼ਨ 1 ਹੈ ਭੂ-ਮੱਧ ਰੇਖਾ 'ਤੇ, ਆਪਸ਼ਨ 2 ਹੈ ਧਰੁਵਾਂ 'ਤੇ, ਆਪਸ਼ਨ 3 ਹੈ ਕਰਕ ਰੇਖਾ 'ਤੇ ਅਤੇ ਆਪਸ਼ਨ 4 ਹੈ ਮਕਰ ਰੇਖਾ 'ਤੇ। ਰਾਈਟ ਇਸ ਦਾ ਆਨਸਰ ਏ ਆਪਸ਼ਨ। ਸੋ ਇਕੁਏਟਰ ਜਾਂ ਭੂ-ਮੱਧ ਰੇਖਾ 0 ਡਿਗਰੀ ਜਿਹੜੀ ਧਰਤੀ ਦੀ ਹੈ, ਉੱਥੇ ਦਿਨ ਅਤੇ ਬਰਾਬਰ ਰਹਿੰਦੇ ਨੇ। ਕਾਰਨ ਇਹ ਹੈ ਕਿ ਇੱਥੇ ਸਾਰਾ ਸਾਲ ਸੂਰਜ ਦੀਆਂ ਕਿਰਨਾਂ ਜਿਹੜੀਆਂ ਉਹ ਸਿੱਧੀਆਂ ਪੈਂਦੀਆਂ ਰਹਿੰਦੀਆਂ ਹੈਗੀਆਂ ਨੇ। ਓਕੇ, ਨੈਕਸਟ ਹੈ 7 ਨੰਬਰ, ਉੱਤਰੀ ਗੋਲਾਰਧ ਦੇ ਵਿੱਚ ਚੱਲਦੀਆਂ ਹਵਾਵਾਂ ਸੱਜੇ ਪਾਸੇ ਮੁੜਦੀ ਹੈ ਅਤੇ ਦੱਖਣੀ ਗੋਲਾਰਧ ਦੇ ਵਿੱਚ ਚੱਲਦੀ ਹਵਾ ਖੱਬੇ ਪਾਸੇ ਮੁੜਦੀ ਹੈ। ਇਸ ਦੀ ਖੋਜ ਕਿਸ ਨੇ ਕੀਤੀ ਹੈ। ਆਪਸ਼ਨ 1 ਹੈ ਫਰਾਇਡ ਨੇ, ਆਪਸ਼ਨ 2 ਹੈ ਕੋਲੰਬਸ ਨੇ, ਆਪਸ਼ਨ 3 ਹੈ ਫੈਰਲ ਨੇ ਅਤੇ ਆਪਸ਼ਨ 4 ਹੈ ਆਇਨਸਟਾਈਨ ਨੇ। ਰਾਈਟ ਇਸ ਦਾ ਆਨਸਰ ਸੀ ਆਪਸ਼ਨ। ਸੋ ਫੈਰਲ ਨੇ ਜਿਹੜਾ ਇਹ ਸਿਧਾਂਤ ਦਿੱਤਾ ਸੀਗਾ ਕਿ ਹਵਾਵਾਂ ਨੂੰ ਅਫੈਕਟ ਕਰਦੀ ਹੈ ਕਿਤੇ ਨਾ ਕਿਤੇ ਦੈਨਿਕ ਗਤੀ, ਜਿਹਦੇ ਕਰਕੇ ਹੈ ਨਾ ਉੱਤਰੀ ਭਾਗ ਦੇ ਵਿੱਚ ਜਿਹੜੀਆਂ ਹਵਾਵਾਂ ਚੱਲਦੀਆਂ ਨੇ ਉਹ ਸੱਜੇ ਪਾਸੇ ਮੁੜਦੀਆਂ ਨੇ, ਜਿਹੜੀਆਂ ਦੱਖਣੀ ਗੋਲਾਰਧ ਦੇ ਵਿੱਚ ਹਵਾਵਾਂ ਚੱਲਦੀਆਂ ਨੇ ਉਹ ਖੱਬੇ ਪਾਸੇ ਮੁੜਦੀਆਂ ਹੈਗੀਆਂ ਨੇ। ਨੈਕਸਟ ਹੈ 8 ਨੰਬਰ, ਧਰਤੀ ਸੂਰਜ ਦੁਆਲੇ ਕਿੰਨੇ ਦਿਨਾਂ ਦੇ ਵਿੱਚ ਇੱਕ ਚੱਕਰ ਪੂਰਾ ਕਰਦੀ ਹੈ। ਸੋ ਆਪਸ਼ਨ 1 ਹੈ 365 ਦਿਨ, ਆਪਸ਼ਨ 2 ਹੈ 365 ਦਿਨ 1/4 ਅਤੇ ਆਪਸ਼ਨ 4 ਹੈ 366 ਦਿਨ ਅਤੇ ਆਪਸ਼ਨ 4 ਹੈ 365 1/2 ਦਿਨ। ਰਾਈਟ ਇਸ ਦਾ ਆਨਸਰ ਬੀ ਆਪਸ਼ਨ 365 1/4 ਦਿਨ ਨੇ, ਯਾਨੀ ਕਿ 365 ਦਿਨ ਅਤੇ 6 ਘੰਟਿਆਂ ਦੇ ਵਿੱਚ ਇੱਕ ਚੱਕਰ ਆਪਣਾ ਪੂਰਾ ਕਰਦੀ ਹੈ। ਨੈਕਸਟ ਹੈ 9 ਨੰਬਰ, ਲੀਪ ਵਾਲਾ ਸਾਲ ਕਿੰਨੇ ਸਾਲਾਂ ਬਾਅਦ ਆਉਂਦਾ ਹੈ। ਸੋ ਆਪਸ਼ਨ 1 ਹੈ 2 ਸਾਲ, ਆਪਸ਼ਨ 2 ਹੈ 4 ਸਾਲ, ਆਪਸ਼ਨ 3 ਹੈ 9 ਸਾਲ ਅਤੇ ਆਪਸ਼ਨ 4 ਹੈ 3 ਸਾਲ। ਸੋ 4 ਸਾਲਾਂ ਬਾਅਦ ਜਿਹੜਾ ਹੈ 24 ਘੰਟਿਆਂ ਵਾਲਾ ਪ੍ਰੋਸੈਸ ਪੂਰਾ ਹੋਇਆ ਹੈ, ਯਾਨੀ ਕਿ ਹਰ ਸਾਲ ਦੇ ਵਿੱਚ 6 ਘੰਟੇ ਜਿਹੜੇ ਐਕਸਟਰਾ ਹੁੰਦੇ ਨੇਗੇ, ਉਹਨਾਂ ਨੂੰ ਚੌਥੇ ਸਾਲ ਜਿਹੜਾ ਐਡ ਕਰਕੇ 24 ਘੰਟੇ ਨਿਰਧਾਰਿਤ ਕਰਕੇ ਜਿਹੜਾ ਕਹਿ ਸਕਦੇ ਹਨ 4 ਸਾਲਾਂ ਬਾਅਦ ਲੀਪ ਵਾਲਾ ਸਾਲ ਬਣਾਇਆ ਜਾਂਦਾ ਹੈ, ਜਿਸ ਦੇ ਵਿੱਚ 366 ਦਿਨ ਜਿਹੜੇ ਉਹ ਇਨਕਲੂਡ ਹੋ ਜਾਂਦੇ ਹੈਗੇ ਨੇ। ਨੈਕਸਟ ਹੈ 10 ਨੰਬਰ, ਲੀਪ ਵਾਲੇ ਸਾਲ ਕਿਹੜੇ ਮਹੀਨੇ ਦੇ 29 ਦਿਨ ਹੁੰਦੇ ਹੈਗੇ ਨੇ। ਆਪਸ਼ਨ 1 ਹੈ ਜਨਵਰੀ ਦੇ, ਆਪਸ਼ਨ 2 ਹੈ ਦਸੰਬਰ ਦੇ, ਆਪਸ਼ਨ 3 ਹੈ ਮਾਰਚ ਦੇ ਅਤੇ ਆਪਸ਼ਨ 4 ਹੈ ਫਰਵਰੀ ਦੇ। ਤਾਂ ਲੀਪ ਵਾਲੇ ਸਾਲ ਦੇ ਦਿਨ ਗੱਲ ਕਰੀਏ ਤਾਂ ਫਰਵਰੀ ਮਹੀਨੇ ਦੇ 29 ਦਿਨ ਹੁੰਦੇ ਹੈਗੇ ਨੇ। ਵੈਸੇ ਨੋਰਮਲੀ ਉਸਦੇ 28 ਦਿਨ ਹੁੰਦੇ ਨੇ। ਲੀਪ ਵਾਲੇ ਸਾਲ ਦੇ ਵਿੱਚ ਇੱਕ ਦਿਨ ਐਡ ਕਰਕੇ 29 ਦਿਨਾਂ ਦਾ ਇਸ ਨੂੰ ਬਣਾ ਦਿੱਤਾ ਜਾਂਦਾ ਹੈ, ਜਿਸ ਦੇ ਨਾਲ 366 ਦਿਨ ਜਿਹੜੇ ਆ ਉਹ ਸਾਲ ਦੇ ਵਿੱਚ ਹੋ ਜਾਂਦੇ ਨੇ, ਜੋ ਕਿ ਨੈਚੁਰਲੀ ਪਹਿਲਾਂ 365 ਹੁੰਦੇ ਹੈਗੇ ਨੇ। ਨੈਕਸਟ ਹੈ 11 ਨੰਬਰ, ਲੀਪ ਵਾਲਾ ਸਾਲ ਹੈ। ਸੋ ਆਪਸ਼ਨ 1 ਹੈ 2003, ਆਪਸ਼ਨ 2 ਹੈ 2015, ਆਪਸ਼ਨ 3 ਹੈ 2019 ਅਤੇ ਆਪਸ਼ਨ 4 ਹੈ 2020।
ਸੋ ਲਾਸਟ ਸਮੇਂ 2020 ਜਿਹੜਾ ਹੈ ਉਹ ਲੀਪ ਵਾਲਾ ਸਾਲ ਰਿਹਾ ਸੀਗਾ। ਇਸ ਤੋਂ ਬਾਅਦ ਪਿੱਛੇ ਜਿਹੜਾ ਨਾ 2016 ਸੀ ਅਤੇ ਵਰਤਮਾਨ ਸਮੇਂ ਅੱਗੇ ਫਿਊਚਰ ਦੇ ਵਿੱਚ ਜਿਹੜਾ ਗੱਲ ਕਰੀਏ 2024 ਜਿਹੜਾ ਸਾਲ ਹੋਊਗਾ ਉਹ ਲੀਪ ਵਾਲਾ ਸਾਲ ਕਹਾਊਗਾ। ਨੈਕਸਟ ਹੈ 12 ਨੰਬਰ 6 ਮਹੀਨਿਆਂ ਦਾ ਦਿਨ ਅਤੇ 6 ਮਹੀਨਿਆਂ ਦੀ ਰਾਤ ਕਿੱਥੇ ਹੁੰਦੀ ਹੈ? ਆਪਸ਼ਨ 1 ਹੈ ਭੂ ਮੱਧ ਰੇਖਾ ਤੇ, ਆਪਸ਼ਨ 2 ਹੈ ਧਰੁਵਾਂ ਤੇ, ਆਪਸ਼ਨ 3 ਹੈ ਕਰਕ ਰੇਖਾ ਤੇ ਅਤੇ ਆਪਸ਼ਨ 4 ਹੈ ਮਕਰ ਰੇਖਾ ਤੇ। 6 ਮਹੀਨਿਆਂ ਦਾ ਦਿਨ ਅਤੇ 6 ਮਹੀਨਿਆਂ ਦੀ ਰਾਤ ਜਿਹੜੀ ਹੈ ਉਹ ਧਰੁਵਾਂ ਦੇ ਉੱਪਰ ਪੋਲ ਦੇ ਉੱਪਰ ਜਿਹੜਾ ਹੈ ਨਾ ਨਾਰਥ ਪੋਲ ਤੇ ਸਾਊਥ ਪੋਲ ਦੇ ਉੱਪਰ ਦੇਖਣ ਨੂੰ ਮਿਲਦੀ ਹੈ, ਕਿਉਂਕਿ ਸੂਰਜ ਦੀਆਂ ਕਿਰਨਾਂ ਉੱਥੇ ਨਾ ਤਿਰਛੀਆਂ ਪੈਂਦੀਆਂ ਨੇ। 6 ਮਹੀਨਿਆਂ ਤੱਕ ਜਿਹੜਾ ਉੱਥੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ, 6 ਮਹੀਨਿਆਂ ਤੱਕ ਜਿਹੜੀਆਂ ਨਹੀਂ ਪੈਂਦੀਆਂ। ਜਦੋਂ 6 ਮਹੀਨੇ ਪੈਂਦੀਆਂ ਨੇ ਤਾਂ ਉਸ ਟਾਈਮ ਜਿਹੜਾ ਦਿਨ ਹੁੰਦਾ ਹੈ, ਜਦੋਂ ਨਹੀਂ ਪੈਂਦੀਆਂ ਉਦੋਂ ਜਿਹੜਾ ਉੱਥੇ ਰਾਤ ਦਾ ਮੌਸਮ ਹੁੰਦਾ ਹੈ। ਨੈਕਸਟ ਹੈ 13 ਨੰਬਰ ਕੁਐਸਚਨ, ਧਰਤੀ ਦਾ ਉੱਤਰੀ ਧਰੁਵ ਸੂਰਜ ਦੇ ਸਾਹਮਣੇ ਕਦੋਂ ਹੁੰਦਾ ਹੈ? ਆਪਸ਼ਨ 1 21 ਮਾਰਚ ਤੋਂ 23 ਸਤੰਬਰ, ਆਪਸ਼ਨ 2 ਹੈ 23 ਸਤੰਬਰ ਤੋਂ 21 ਮਾਰਚ, ਆਪਸ਼ਨ 3 ਹੈ 23 ਸਤੰਬਰ ਤੋਂ 21 ਦਸੰਬਰ, ਆਪਸ਼ਨ 4 ਹੈ 21 ਮਾਰਚ ਤੋਂ 23 ਜੂਨ ਤੱਕ। ਤਾਂ ਧਰਤੀ ਦਾ ਉੱਤਰੀ ਧਰੁਵ ਨਦਨ ਹੈਮਸਫੀਅਰ ਜਿਹੜਾ ਹੈ ਉਹ ਸੂਰਜ ਦੇ ਸਾਹਮਣੇ ਹੁੰਦਾ ਹੈ 21 ਮਾਰਚ ਤੋਂ ਲੈ ਕੇ 23 ਸਤੰਬਰ ਤੱਕ, ਜਿਸ ਦੌਰਾਨ ਉੱਪਰਲੀ ਸਾਈਡ ਨਦਨ ਹੈਮਸਫੀਅਰ ਦੇ ਵਿੱਚ ਗਰਮੀਆਂ ਦਾ ਮੌਸਮ ਹੁੰਦਾ ਹੈ ਅਤੇ ਇਸ ਮੌਸਮ ਦੇ ਦੌਰਾਨ ਜਿਹੜੀਆਂ ਹੈ ਨਾ ਇਕੁਏਟਰ ਟ੍ਰੋਪਿਕ ਆਫ ਕੈਂਸਰ ਜਿਹੜੀ ਹੈ ਉੱਥੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਨੇ। ਨੈਕਸਟ ਹੈ 14 ਨੰਬਰ, ਕਰਕ ਰੇਖਾ ਤੇ ਸੂਰਜ ਦੀਆਂ ਕਿਰਨਾਂ ਕਦੋਂ ਸਿੱਧੀਆਂ ਪੈਂਦੀਆਂ ਨੇ? ਆਪਸ਼ਨ 1 ਹੈ 22 ਦਸੰਬਰ ਨੂੰ, ਆਪਸ਼ਨ 2 ਹੈ 21 ਫਰਵਰੀ ਨੂੰ, ਆਪਸ਼ਨ 3 ਹੈ 21 ਜੂਨ ਨੂੰ ਅਤੇ ਆਪਸ਼ਨ 4 ਹੈ 23 ਜੂਨ ਨੂੰ। ਸੋ ਲਾਸਟ 21 ਜੂਨ ਦਾ ਦਿਨ ਟੱਪਿਆ ਸੀ। ਸੋ ਇਸ ਦਿਨ ਜਿਹੜੀਆਂ ਹੈ ਕਰਕ ਰੇਖਾ ਦੇ ਉੱਪਰ ਟ੍ਰੋਪਿਕ ਆਫ ਕੈਂਸਰ ਦੇ ਉੱਪਰ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਸੀ, ਜਿਸ ਕਾਰਨ ਕਰਕੇ 21 ਜੂਨ ਵਾਲਾ ਦਿਨ ਸਭ ਤੋਂ ਵੱਡਾ ਦਿਨ ਹੁੰਦਾ ਹੈ। ਨੈਕਸਟ ਹੈ 15 ਨੰਬਰ, ਮਕਰ ਰੇਖਾ ਤੇ ਸੂਰਜ ਦੀਆਂ ਕਿਰਨਾਂ ਕਦੋਂ ਸਿੱਧੀਆਂ ਪੈਂਦੀਆਂ ਹਨ? ਆਪਸ਼ਨ 1 ਹੈ 22 ਦਸੰਬਰ ਨੂੰ, ਆਪਸ਼ਨ 2 ਹੈ 21 ਫਰਵਰੀ ਨੂੰ, ਆਪਸ਼ਨ 3 ਹੈ 21 ਜੂਨ ਨੂੰ ਅਤੇ ਆਪਸ਼ਨ 4 ਹੈ 23 ਜੂਨ ਨੂੰ। ਸੋ ਰਾਈਟ ਇਸ ਦਾ ਆਨਸਰ ਇਹ ਆਪਸ਼ਨ ਤੋਂ 22 ਦਸੰਬਰ ਨੂੰ, ਜੋ ਕਿ ਦੱਖਣੀ ਗੋਲਾਰਧ ਦੇ ਵਿੱਚ ਸਥਿਤ ਹੈ ਮਕਰ ਰੇਖਾ ਟ੍ਰੋਪਿਕ ਆਫ ਕੈਪਰੀਕੋਨ, ਉੱਥੇ 22 ਦਸੰਬਰ ਨੂੰ ਜਿਹੜੀਆਂ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਨੇ, ਜਿਸ ਕਾਰਨ ਕਰਕੇ ਇਸ ਖੇਤਰ ਦੇ ਵਿੱਚ ਸਭ ਤੋਂ ਵੱਡਾ ਦਿਨ ਹੁੰਦਾ ਹੈ। ਉਸ ਦੇ ਉਲਟ ਅਗਰ ਗੱਲ ਕਰੀਏ ਕਰਕ ਰੇਖਾ ਦੇ ਉੱਪਰ ਤਾਂ ਸਭ ਤੋਂ ਛੋਟਾ ਦਿਨ ਹੁੰਦਾ ਹੈ। ਨੈਕਸਟ ਹੈ 16 ਨੰਬਰ, ਕਦੋਂ ਦਿਨ ਅਤੇ ਰਾਤ ਬਰਾਬਰ ਹੁੰਦੇ ਹਨ? ਆਪਸ਼ਨ 1 ਹੈ 21 ਮਾਰਚ ਨੂੰ, ਆਪਸ਼ਨ 2 ਹੈ 23 ਸਤੰਬਰ ਨੂੰ, ਆਪਸ਼ਨ 3 ਹੈ 21 ਜੂਨ ਨੂੰ ਅਤੇ ਆਪਸ਼ਨ 4 ਹੈ ਏ ਔਰ ਬੀ ਆਪਸ਼ਨ। ਸੋ ਰਾਈਟ ਇਸ ਦਾ ਆਨਸਰ ਡੀ ਆਪਸ਼ਨ। 21 ਮਾਰਚ ਅਤੇ 23 ਸਤੰਬਰ ਦੋ ਅਜਿਹੇ ਦਿਨ ਨੇ ਜਿਸ ਦਿਨ ਭੂ ਮੱਧ ਰੇਖਾ ਦੇ ਉੱਪਰ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਨੇਗੀਆਂ, ਜਿਸ ਦੇ ਕਾਰਨ ਹੈ ਨਾ ਸੋ ਸਾਰੇ ਹੀ ਭਾਗ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਜਿਹੜਾ ਦਿਨ ਅਤੇ ਰਾਤ ਜਿਹੜੇ ਉਹ ਬਰਾਬਰ ਹੁੰਦੇ ਹੈਗੇ ਨੇ। ਨੈਕਸਟ ਹੈ 17 ਨੰਬਰ, ਭੂ ਮੱਧ ਰੇਖਾ ਤੇ ਸੂਰਜ ਦੀਆਂ ਕਿਰਨਾਂ ਕਦੋਂ ਸਿੱਧੀਆਂ ਪੈਂਦੀਆਂ ਹਨ? ਆਪਸ਼ਨ 1 ਹੈ 21 ਮਾਰਚ, ਆਪਸ਼ਨ 2 ਹੈ 23 ਸਤੰਬਰ, ਆਪਸ਼ਨ 3 ਹੈ 21 ਜੂਨ ਅਤੇ ਆਪਸ਼ਨ 4 ਹੈ ਏ ਔਰ ਬੀ ਆਪਸ਼ਨ। ਸੋ ਹਾਲਾਂਕਿ ਸਾਰਾ ਸਾਲ ਹੀ ਸਿੱਧੀਆਂ ਪੈਂਦੀਆਂ ਨੇਗੀਆਂ ਭੂ ਮੱਧ ਰੇਖਾ ਦੇ ਉੱਪਰ, ਬਟ ਇਹਦੇ ਨਾਲ ਦਿਨ ਅਤੇ ਰਾਤ ਬਰਾਬਰ ਹੁੰਦੇ ਨੇ ਜਿਹੜੀ ਪ੍ਰਕਿਰਿਆ ਦੇ ਦੌਰਾਨ। ਇਹ 21 ਮਾਰਚ ਤੇ 23 ਸਤੰਬਰ ਦਾ ਦਿਨ ਹੁੰਦਾ ਹੈਗਾ। ਓਕੇ, ਸੋ ਇਹ ਸੀ MCQ ਜੋ ਕਿ ਵੱਖ-ਵੱਖ ਸਮੇਂ ਦੇ ਵਿੱਚ ਵੱਖ-ਵੱਖ ਪੇਪਰਾਂ ਦੇ ਵਿੱਚ ਆਏ ਹੋਏ ਨੇ, ਜੋ ਤੁਹਾਨੂੰ ਕਾਫੀ ਹੈਲਪਫੁਲ ਰਹਿਣਗੇ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮਚ।